ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ। ਸ਼੍ਰੀ ਹਰਿਗੋਬਿੰਦ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ। ਵਿਨਾਸ਼ਨ ਸੋਏ। ਦੋਹਰਾ ਬੀਜ ਮੰਤਰ ਪਰਨਾਮ ਹੈ ਰਿਦਨ ਸਿਦਨ ਧਾਮ। ਮੋਖ ਪਰਮ ਸੁਖ ਦੇਤ ਹੈ ਸਿਮਰੋ ਆਠੋ ਜਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ, ਜਿਨ੍ਹਾਂ ਨੇ ਗੁਰੂਆਂ ਦੀ ਮਹਿਮਾ ਕਰਨ ਤੋਂ ਬਾਅਦ ਗੁਰਮੰਤਰ ਵਾਹਿਗੁਰੂ ਮੰਤਰ ਦੀ ਮਹਿਮਾ ਕੀਤੀ ਔਰ ਵਾਹਿਗੁਰੂ ਮੰਤਰ ਦੇ ਵਿੱਚ ਕਿੰਨੀ ਸ਼ਕਤੀ ਸਤਿਗੁਰਾਂ ਨੇ ਭਰੀ ਆ ਇਹ ਦੱਸਿਆ ਔਰ ਇਹਦੇ ਵਿੱਚ ਕਿੰਨੀਆਂ ਪਾਵਰਾਂ ਹਨ, ਕਿੰਨੀਆਂ ਦਾਤਾਂ ਇਸ ਵਾਹਿਗੁਰੂ ਮੰਤਰ ਦੇ ਜਾਪ 'ਚੋਂ ਮਿਲਦੀਆਂ ਇਹ ਦੱਸ ਰਹੇ ਹਨ। ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬੀਜ ਮੰਤਰ ਬਰਨਾਮ ਹੈ ਰਿਦਨ ਸਿਦਨ ਧਾਮ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀ ਬਖਸ਼ਿਸ਼ ਕਰਦੇ ਹਨ ਕਿ ਜਿਵੇਂ ਕਿਸੇ ਬੀਜ ਦੇ ਵਿੱਚੋਂ ਦਰਖਤ ਵਿੱਚੋਂ ਬੇਅੰਤ ਟਾਹਣੀਆਂ ਪੱਤੇ ਫੁੱਲ ਫਲ ਨਿਕਲਦੇ ਹਨ, ਇਸੇ ਤਰ੍ਹਾਂ ਮਾਨੋ ਇਹ ਵਾਹਿਗੁਰੂ ਮੰਤਰ ਬੀਜ ਮੰਤਰ ਹੈ, ਮੂਲ ਮੰਤਰ ਹੈ, ਮੁੱਢ ਹੈ, ਪਰਮੇਸ਼ਰ ਦਾ ਨਾਮ ਹੈ ਜਿਹੜਾ ਸਾਡੇ ਲਈ। ਔਰ ਇਹ ਰਿੱਧੀਆਂ ਸਿੱਧੀਆਂ ਭਾਵ ਬੇਅੰਤ ਸ਼ਕਤੀਆਂ ਦਾ ਧਾਮ ਘਰ ਹੈ ਜੀ। ਮੋਖ ਪਰਮ ਸੁਖ ਦੇਤ ਹੈ ਸਿਮਰੋ ਆਠੋ ਜਾਮ। ਇਹ ਨਾਮ ਜਿਹੜਾ ਹੈ ਸਾਨੂੰ ਮੁਕਤੀ ਪਰਮ ਪਦਵੀ ਇੱਥੋਂ ਤੱਕ ਕਿ ਪਰਮੇਸ਼ਰ ਵਿੱਚ ਮਿਲਾ ਕੇ ਪਰਮੇਸ਼ਰ ਦਾ ਰੂਪ ਕਰ ਦਿੰਦਾ। ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨਾ ਜਾਣੋ ਮਾਨਸ ਦੇਹਾ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਹਨ, ਸਿਮਰਦਿਆਂ ਸਿਮਰਦਿਆਂ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ ਕੋਈ ਨ ਸਕੈ ਪਛਾਣੀ। ਰਾਮ ਤੇ ਕਬੀਰ ਇੱਕ ਮਿਕ ਹੋ ਗਏ, ਤੂੰ ਕਰਤੇ ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਾਂ ਤੂੰ। ਇਉਂ ਭਗਤ ਅਤੇ ਪਰਮੇਸ਼ਰ ਇੱਕ ਮਿਕ ਹੋ ਜਾਂਦੇ ਹਨ। ਇਹ ਦਾਤਾਂ ਦੇਣ ਵਾਲਾ ਕੇਵਲ ਤੇ ਕੇਵਲ
ਪਰਮੇਸ਼ਰ ਦਾ ਨਾਮ ਵਾਹਿਗੁਰੂ ਮੰਤਰ ਹੈ ਜੀ। चौपाई अक्षर मधुर मनोहर चार, चार वेद के जानो सार। ਔਰ ਸੱਚ ਜਾਣਿਓ ਇਹ ਚਾਰ ਅੱਖਰ ਸਾਡੇ ਮਨ ਨੂੰ ਮੋਹ ਲੈਣ ਵਾਲੇ ਚਾਰਾਂ ਵੇਦਾਂ ਦਾ ਨਿਚੋੜ ਵੀ ਇਸ ਵਾਹਿਗੁਰੂ ਮੰਤਰ ਵਿੱਚ ਸਤਿਗੁਰਾਂ ਨੇ ਪਾ ਦਿੱਤਾ ਹੈ। ਸਾਰ ਹੁੰਦਾ ਤਤ, ਜੋ ਉਹਨਾਂ ਵੇਦਾਂ ਦਾ ਤਤ ਹੈ ਉਹ ਵੀ ਸਿਮਰਨ ਦੇ ਵਿੱਚ ਹੈ। ਸਿਮਰਤ ਸ਼ਾਸਤਰ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੋੜ ਗਾਲੀ ਹੋਚੀਆਂ। ਨਾਮ ਨਿਧਾਨ ਅਪਾਰ ਭਗਤਾ ਮਨ ਵਸੈ। ਇਸ ਕਰਕੇ ਉਹ ਨਾਮ ਦਾ ਜਿਹੜਾ ਗੁਰੂ ਪਿਆਰਿਓ ਪਾਵਰ ਹੈ ਉਹ ਵਾਹਿਗੁਰੂ ਮੰਤਰ ਵਿੱਚ ਸਤਿਗੁਰਾਂ ਨੇ ਭਰ ਕੇ ਸਾਨੂੰ ਬਖਸ਼ਿਸ਼ ਕੀਤੀ ਹੈ। चार वर्ण को हरण विकार, चार जो आश्रम सुख दा आचार। ਔਰ ਇਹ ਵਾਹਿਗੁਰੂ ਮੰਤਰ ਚਾਰਾਂ ਵਰਨਾਂ ਦੇ ਵਿਕਾਰਾਂ ਨੂੰ ਹਰਨ ਵਾਲਾ, ਖੋਹ ਲੈਣ ਵਾਲਾ, ਖਤਮ ਕਰ ਦੇਣ ਵਾਲਾ। ਹਰਨਾ ਹੁੰਦਾ ਹੈ ਜਿਵੇਂ ਸੀਤਾ ਹਰਨ, ਭਾਵ ਜਿਵੇਂ ਜਿਹੜਾ ਰਾਵਣ ਸੀ ਸੀਤਾ ਨੂੰ ਹਰ ਕੇ ਲੈ ਗਿਆ, ਭਾਵ ਲੈ ਗਿਆ। ਇਸੇ ਤਰ੍ਹਾਂ ਇਹ ਜਿਹੜਾ ਵਾਹਿਗੁਰੂ ਮੰਤਰ ਹੈ ਇਹ ਸਾਡੇ ਪਾਪਾਂ ਨੂੰ ਹਰ ਲਵੇਗਾ, ਖੋਹ ਲਵੇਗਾ, ਖਤਮ ਕਰ ਦੇਵੇਗਾ। ਚਾਰਾਂ ਵਰਨਾਂ ਦੇ ਪਾਪਾਂ ਨੂੰ ਖਤਮ ਕਰਨ ਦੇ ਲਾਇਕ ਹੈ। ਕਹਿੰਦੇ ਇੱਕ ਮਨੁੱਖ ਭਾਵੇਂ ਉਹ ਕਸਾਈ ਸੀ ਤੇ ਕਹਿੰਦੇ ਬ੍ਰਾਹਮਣਾਂ ਦੇ ਕੋਲ ਗਿਆ ਵੀ ਮੇਰਾ ਭਲਾ ਕਿਵੇਂ ਹੋਊਗਾ। ਉਹ ਕਹਿੰਦੇ ਤੇਰਾ ਭਲਾ ਨਹੀਂ ਹੋ ਸਕਦਾ, ਤੂੰ ਕਸਾਈ ਹੈ। ਤੇ ਗੁਰੂ ਪਿਆਰਿਓ ਇਹ ਮਨੁੱਖ ਪਰਮੇਸ਼ਰ ਦਾ ਨਾਮ ਜਪਦਾ ਜਪਦਾ ਤੁਲਸੀਦਾਸ ਕੋਲ ਚਲੇ ਆ ਗਿਆ। ਜਾ ਕੇ ਕਹਿੰਦਾ ਰਾਮ ਕਰਕੇ, ਪਰਮੇਸ਼ਰ ਕਰਕੇ ਮੇਰਾ ਉਧਾਰ ਵੀ ਦੱਸੋ ਕਿਵੇਂ ਹੋਵੇਗਾ। ਕਹਿੰਦਾ ਤੇਰਾ ਵੀ ਉਧਾਰ ਹੋਵੇਗਾ, ਤੂੰ ਇਹ ਨਾਮ ਜਪਣਾ ਸ਼ੁਰੂ ਕਰ, ਜਿਹੜਾ ਜਪੀ ਜਾਂਦਾ ਰਾਮ ਰਾਮ ਜਪਿਆ ਕਰ। ਬ੍ਰਾਹਮਣਾਂ ਨੂੰ ਪਤਾ ਲੱਗਿਆ ਵੀ ਤੁਲਸੀਦਾਸ ਨੇ ਉਸ ਨੂੰ ਉਪਦੇਸ਼ ਦੇ ਦਿੱਤਾ ਵੀ ਤੇਰਾ ਉਧਾਰ ਹੋਵੇਗਾ। ਤੇ ਉਹ ਗਊਆਂ ਦਾ ਘਾਤ ਕਰਦਾ, ਪਸ਼ੂਆਂ ਦਾ ਸ਼ਿਕਾਰ ਕਰਦਾ, ਪਸ਼ੂਆਂ ਦਾ ਮਾਸ ਵੇਚਦਾ, ਕਸਾਈ ਹੈ। ਤੇ ਉਸ ਨੇ ਤੁਲਸੀਦਾਸ ਨੇ ਕਿਉਂ ਕਹਿ ਦਿੱਤਾ ਉਸ ਨੂੰ ਤੇਰਾ ਭਲਾ ਹੋਵੇਗਾ। ਪੁੱਛਿਆ ਬ੍ਰਾਹਮਣਾਂ ਨੇ ਤੁਲਸੀਦਾਸ ਨੂੰ ਬਈ ਤੁਸੀਂ ਉਹ ਕਸਾਈ ਦਾ ਕਿਵੇਂ ਉਧਾਰ ਕਰਤਾ ਬਈ, ਉਹ ਤਾਂ ਗਊਆਂ ਦਾ ਵੱਧ ਕਰਦਾ ਹੈ, ਪਸ਼ੂਆਂ ਨੂੰ ਮਾਰਦਾ ਹੈ। ਕਹਿੰਦੇ ਜਿਹੜਾ ਨਾਮ ਲੈਣ ਲੱਗ ਪਿਆ ਉਹਦੇ ਪਾਪ ਖਤਮ ਹੋ ਗਏ, ਉਹ ਕਿਵੇਂ ਨਹੀਂ ਮੁਕਤ ਹੋ ਸਕਦਾ। ਕੋ ਸਤਨਾਮ। ਜਦੋਂ ਉਸਨੇ ਰਾਮ ਕਰਕੇ, ਰੱਬ ਕਰਕੇ, ਪਰਮੇਸ਼ਰ ਕਰਕੇ ਮੇਰੇ ਕੋਲੇ ਰਾਮ ਰਾਮ ਜਪਦਾ ਜਦ ਆ ਗਿਆ, ਜਦੋਂ ਰਾਮ ਹੀ ਜਪ ਲਿਆ ਫਿਰ ਪਾਪ ਕਿੱਥੇ ਰਹਿ ਗਏ, ਫਿਰ ਤਾਂ ਮੁਕਤੀ ਦਾ ਮਾਲਕ ਬਣ ਗਿਆ। ਇਸ ਕਰਕੇ ਸਤਿਗੁਰਾਂ ਦੇ ਸਾਹਮਣੇ ਸੱਜਣ ਠੱਗ ਵਰਗੇ ਆ ਗਏ, ਦੇਖੋ ਵੀ ਪਾਰ ਲਾ ਦਿੱਤੇ। ਕੋ ਸਤਨਾਮ। ਔਰ ਕੌਡਾ ਰਕਸ਼, ਭੂਮੀਆਂ ਚੋਰ। ਇੱਥੋਂ ਤੱਕ ਕਿ ਮੇਰੇ ਪ੍ਰੀਤਮ ਜੀ ਦੀ ਉਦਾਸੀ ਦੌਰਾਨ ਇੱਕ ਅਫਰੀਕਾ ਦੇ ਇਲਾਕੇ ਵਿੱਚ ਗਏ ਆ। ਤੇ ਅਫਰੀਕਾ ਦੇ ਇਲਾਕੇ, ਇੱਕ ਪਹਾੜੀ ਇਲਾਕੇ 'ਚ ਗਏ ਆ। ਤੇ ਪਹਾੜੀ ਇਲਾਕੇ ਦੇ ਵਿੱਚ ਇੱਕ ਪਹਾੜੀ ਦੇ ਹੇਠਾਂ ਪੈਰਾਂ 'ਚ ਬੈਠੇ ਆ। ਤੇ ਉੱਪਰੋਂ ਗੁਰੂ ਪਿਆਰਿਓ ਅਫਰੀਕਾ ਦੇ ਲੋਕ, ਰਾਜਾ ਜਿਹੜਾ ਉੱਥੋਂ ਦਾ ਆਪਣੇ ਬੰਦਿਆਂ ਸਮੇਤ ਸ਼ਿਕਾਰ ਖੇਡਣ ਆਇਆ। ਤੇ ਦੂਰੋਂ ਜਿਵੇਂ ਆਪਾਂ ਉੱਤੋਂ ਖੜ ਕੇ ਥੱਲੇ ਦੇਖੀਏ, ਦੂਰੋਂ ਖੜਾ ਦੇਖਦਾ, ਕਹਿੰਦੇ ਉਹ ਤਿੰਨ ਬੰਦੇ ਕੋਈ ਬਗਾਨੇ ਲੱਗਦੇ ਆ, ਅੱਜ ਮਨੁੱਖਾਂ ਦਾ ਮਾਸ ਖਾਵਾਂਗੇ। ਜਾਓ ਵੀ 4-5 ਜਣੇ ਉਹਨਾਂ ਨੂੰ ਫੜ ਕੇ ਲਿਆਓ। ਉਹ ਜਦੋਂ 4-5 ਜਣੇ ਫੜਨ ਵਾਸਤੇ ਆਏ ਨਾ ਤੇ ਉਹਨਾਂ ਨੂੰ ਨੇੜੇ ਪਹੁੰਚਦੇ ਹੀ ਅੰਨੇ ਹੋ ਗਏ। ਪੁੱਠੇ ਮੁੜ ਕੇ ਜਦੋਂ ਪਿੱਛੇ ਝਾਕਣ ਦਿਸਣ ਲੱਗ ਜੇ, ਮੂਹਰੇ ਝਾਕਣ ਤਾਂ ਦਿਸੇ ਨਾ। ਵਾਪਸ ਮੁੜ ਕੇ ਕਹਿੰਦੇ ਉਹ ਤਾਂ ਜੀ ਕੋਈ ਛਲੇਡੇ ਆ, ਕੋਈ ਆਪਾਂ ਛਲੇਡਾ ਕਹਿੰਦੇ ਆ, ਕੁਛ ਹੋਰ ਕਹਿੰਦੇ ਹੋਣਗੇ, ਆਪਾਂ ਨੂੰ ਸਮਝਣ ਵਾਸਤੇ ਕਿਹਾ ਮੈਂ। ਕਹਿੰਦੇ ਉਹ ਤਾਂ ਜਦੋਂ ਨੇੜੇ ਜਾਂਦੇ ਆ ਦਿਸਦੇ ਹੀ ਨਹੀਂ ਗੇ। ਕਹਿੰਦੇ ਐਵੇਂ ਨਹੀਂ ਦਿਸਦੇ, ਜਾਓ ਤੁਸੀਂ ਜਾਓ ਪੰਜੇ ਬੰਦੇ ਬਦਲ ਕੇ ਭੇਜੇ। ਉਹ ਵੀ ਜਾ ਕਹਿੰਦੇ ਨਹੀਂ ਦਿਸਦੇ ਜੀ। ਤੀਜੀ ਚੌਥੀ ਵਾਰ ਬੰਦੇ ਭੇਜਦਾ, ਸਾਰੇ ਜਾ ਕਹਿੰਦੇ ਜੀ ਨੇੜੇ ਗਿਆ ਤੂੰ ਦਿਸਦੇ ਨਹੀਂ। ਵਜ਼ੀਰ ਕਹਿੰਦਾ ਰਾਜਾ ਸਾਹਿਬ ਕੋਈ ਸਾਧੂ ਨਾ ਹੋਣ, ਮੈਂ ਜਾਣਾ, ਮੈਂ ਪਤਾ ਕਰਕੇ ਆਉਣਾ। ਪਰ ਵਜ਼ੀਰ ਫੜਨ ਨਹੀਂ ਆਇਆ, ਉਹ ਭਾਵਨਾ ਲੈ ਕੇ ਆਇਆ ਦਰਸ਼ਨਾਂ ਦੀ। ਉਹ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ, ਉਹਨੂੰ ਦਿਸਦੇ ਰਹੇ, ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਪਾਤਸ਼ਾਹ ਕਹਿੰਦੇ ਆਓ ਵਜ਼ੀਰ ਸਾਹਿਬ। ਕਹਿੰਦੇ ਜੀ ਸਾਡਾ ਰਾਜਾ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਉਹ ਗੱਲ ਤਾਂ ਦਿਮਾਗ 'ਚੋਂ ਕੱਢਤੀ ਨਾ, ਹੁਣ ਮਾਰਨ ਵਾਲੀ, ਮਾਰ ਕੇ ਖਾਣ ਵਾਲੀ, ਹੁਣ ਦਿਮਾਗ 'ਚੋਂ ਵਜ਼ੀਰ ਨੇ ਆਪਦੇ 'ਚੋਂ ਕੱਢਤੀ। ਪਾਤਸ਼ਾਹ ਕਹਿੰਦੇ ਕੋਈ ਨਹੀਂ, ਆ ਜੇ ਭਾਈ ਜੀ ਸਦਕੇ ਜੀ ਆਇਆਂ ਨੂੰ, ਮੈਂ ਲੈ ਕੇ ਆਉਣਾ ਜੀ। ਵਜ਼ੀਰ ਵਾਪਸ ਗਿਆ, ਰਾਜਾ ਸਾਹਿਬ ਚਲੋ। ਕਹਿੰਦਾ ਫੜੇ ਜਾਣਗੇ। ਕਹਿੰਦਾ ਫੜੇ ਫੜੇ ਨਹੀਂ ਜਾਂਦੇ, ਉਹ ਸਾਧੂ ਹੈ, ਨਾਮ ਜਪਣ ਵਾਲੀਆਂ ਰੂਹਾਂ ਹੈ, ਤੇ ਤੂੰ ਉਹਨਾਂ ਦੇ ਪੈਰੀ ਪੈ, ਤੇਰਾ ਭਲਾ ਹੋ ਸਕਦਾ। ਰਾਜਾ ਕਹਿੰਦਾ ਆਏ ਕਿਵੇਂ ਪਾਵਾਂ, ਮੈਂ ਮਾਸ ਖਾਣਾ, ਅੱਜ ਬੰਦਾ ਮਸਾਂ ਮਨੁੱਖਾਂ ਦਾ ਮਾਸ ਮਿਲਿਆ ਖਾਣ ਨੂੰ, ਮੈਂ ਤਾਂ ਖਾਊਂਗਾ।
ਕਹਿੰਦੇ ਰਾਜਾ ਸਾਹਿਬ ਨੇੜੇ ਤਾਂ ਚੱਲੋ, ਤੁਹਾਨੂੰ ਪਤਾ ਲੱਗ ਜੂਗਾ। ਜਦੋਂ ਨੇੜੇ ਆਏ ਤੇ ਇਹਨੂੰ ਦਿਸਣੋਂ ਹਟ ਗਿਆ। ਕਹਿੰਦਾ ਵਜ਼ੀਰ ਕਹਿੰਦਾ ਕਿਉਂ ਰਾਜਾ ਸਾਹਿਬ ਕੀ ਹਾਲ ਹੈ? ਕਹਿੰਦਾ ਦਿਸਦਾ ਨਹੀਂ ਗਾ। ਕਹਿੰਦਾ ਦਿਮਾਗ 'ਚੋਂ ਸੋਚ ਬਦਲ ਦੇ, ਇਹਨਾਂ ਨੂੰ ਫੜਨ ਵਾਲਾ ਖਿਆਲ ਬਦਲ ਦੇ, ਪੈਰੀ ਪੈਣ ਦੀ ਗੱਲ ਕਰ। ਰਾਜਾ ਦੂਰ ਖੜੇ ਕਹਿੰਦਾ ਹੱਥ ਬੰਨ੍ਹ ਕੇ ਮਹਾਰਾਜ ਦਰਸ਼ਨ ਦਿਓ, ਮੈਥੋਂ ਗਲਤੀ ਹੋ ਗਈ। ਜਦੋਂ ਉਹਨੇ ਇੱਦਾਂ ਬੇਨਤੀ ਕੀਤੀ, ਪਾਤਸ਼ਾਹ ਕਹਿੰਦੇ ਇੱਧਰ ਝਾਕ, ਮੈਂ ਤਾਂ ਆ ਬੈਠਾ। ਇੰਨਾ ਕਿਹਾ ਹੁਣ ਦਿਸਣ ਲੱਗ ਪਏ ਤੇ ਨੇੜੇ ਆ ਕੇ ਪੈਰੀ ਪੈ ਗਿਆ। ਫਿਰ ਉਹਨਾਂ ਅਫਰੀਕਾ ਦੇ ਲੋਕਾਂ ਨੂੰ ਸਾਖੀ ਦੇ ਵਿੱਚ ਉਹਨਾਂ ਦਾ ਸੀਨ ਲਿਖਿਆ ਕਿ ਮੋਟੇ ਮੋਟੇ ਬੁੱਲ ਸੀ, ਕਾਲੇ ਕਾਲੇ ਵਾਲ, ਮੂੰਹ ਸੀਗੇ ਚਿਹਰੇ ਉਹਨਾਂ ਦੇ, ਤੇ ਬਾਲ ਮੋਟੇ ਮੋਟੇ ਤਾਂਬੇ ਵਰਗੇ ਪਿੱਛੇ ਛੱਡੇ ਹੋਏ, ਭਾਵ ਉਹਨਾਂ ਦਾ ਸਰੂਪ ਖਿੱਚਿਆ ਸਾਖੀ ਕਰਤਾ ਨੇ ਵਿੱਚ ਵੀ ਇਹੋ ਜਿਹੇ ਬੰਦੇ ਸੀਗੇ ਉਹ। ਫਿਰ ਉਹ ਰਾਜਾ ਪੈਰੀ ਪੈ ਗਿਆ ਤੇ ਪਾਤਸ਼ਾਹ ਜੀ ਨੂੰ ਆਪਣੇ ਰਾਜ ਵਿੱਚ ਲੈ ਗਿਆ। ਫਿਰ ਉਸ ਇਲਾਕੇ ਦੇ ਲੋਕਾਂ ਦਾ ਵੀ ਉਧਾਰ ਕੀਤਾ। ਐਸੇ ਐਸੇ ਲੋਕ ਤਾਰੇ ਆ। ਤੇ ਫਿਰ ਪਰਮੇਸ਼ਰ ਦਾ ਨਾਮ ਹੈ ਜਿਹੜਾ, ਇਹ ਤਾਂ ਹੈ ਹੀ ਪਾਪੀਆਂ ਵਾਸਤੇ, ਦਵਾਈ ਤਾਂ ਹੁੰਦੀ ਬਿਮਾਰਾਂ ਵਾਸਤੇ, ਤੰਦਰੁਸਤਾਂ ਨੂੰ ਦਵਾਈ ਦੀ ਕੀ ਲੋੜ ਆ। ਭਾਈ ਸਾਹਿਬ ਜੀ ਕਹਿੰਦੇ ਇਹ ਤਾਂ ਚਾਰਾਂ ਵਰਨਾਂ ਦੇ ਹੰਕਾਰ ਨੂੰ ਹਰਨ ਵਾਲਾ ਹੈ, ਵਿਕਾਰਾਂ ਨੂੰ ਹਰਨ ਵਾਲਾ ਹੈ। ਚਾਰਾਂ ਆਸ਼ਰਮਾਂ ਦਾ ਸੁੱਖ ਦਾ ਆਚਾਰ ਹੈ। ਚਾਰੇ ਆਸ਼ਰਮ, ਵਰਨ ਆਸ਼ਰਮ ਜੰਗਲਾਂ ਵਿੱਚ ਰਹਿਣ ਵਾਲੇ, ਬ੍ਰਹਮਚਾਰੀ ਦੂਜਾ ਆਸ਼ਰਮ, ਗ੍ਰਸਤੀ ਤੀਜਾ ਆਸ਼ਰਮ, ਤੇ ਚੌਥਾ ਸੰਨਿਆਸੀਆਂ ਦਾ। ਚਾਰਾਂ ਆਸ਼ਰਮਾਂ ਦੇ ਲੋਕਾਂ ਦਾ ਉਧਾਰ ਕਰਨ ਦੇ ਲਈ ਸੁਖਦਾਈ ਹੈ। ਚਾਰ ਮੁਕਤ ਕੇ ਇਹੋ ਦਰ ਚਾਰ, ਕੀਤੋ ਵਿਸ਼ਨ ਕੀ ਹੈ ਪੁਜ ਚਾਰ। ਚਾਰ ਮੁਕਤੀਆਂ, ਭਾਵ ਇੱਕ ਹੁੰਦੀ ਹੈ ਸਮੀਮ ਮੁਕਤੀ, ਇੱਕ ਹੁੰਦੀ ਹੈ ਇਹ ਸਾਰਾ ਹੀ ਅਸਤਤਵ ਖਤਮ ਹੋ ਜਾਣਾ। ਆਪਾਂ ਸਮੀਮ ਮੁਕਤੀ ਵਿੱਚ ਤਾਂ ਪ੍ਰਾਪਤ ਹੋ ਚੁੱਕੇ ਹਾਂ। ਗੁਰੂ ਸਾਹਿਬ ਦੇ ਕੋਲ ਆ ਕੇ ਬੈਠਣਾ, ਇਹ ਸਾਡੀ ਸਮੀਮ ਮੁਕਤੀ ਹੋ ਚੁੱਕੀ ਆ। ਜਿਉਂਦੇ ਜੀ ਕੋ ਸਤਨਾਮ। ਸਰੀਰ ਕਰਕੇ ਆਪਾਂ ਗੁਰੂ ਸਾਹਿਬ ਦੇ ਕੋਲੇ ਬੈਠਦੇ ਹਾਂ, ਇਹ ਸਮੀਮ ਮੁਕਤੀ ਹੈ। ਫਿਰ ਗੁਰੂ ਪਿਆਰੋ ਅਗਲੀ ਮੁਕਤੀ ਹੈ, ਸਰੀਰ ਨੂੰ ਛੱਡ ਕੇ ਜਦੋਂ ਜੀਵ ਜਾਂਦਾ ਹੈ ਤੇ ਅਨੇਕਾਂ ਸਵਰਗਾਂ ਦੇ ਸੁੱਖ ਪਰਮੇਸ਼ਰ ਦਿੰਦਾ ਹੈ। ਇੱਕ ਉਹ ਵੀ ਸੰਸਾਰ ਦੀਆਂ ਟੇਢੀਆਂ ਜੂਨਾਂ 'ਚੋਂ ਕੱਢ ਕੇ ਇੱਕੋ ਸਮੇਂ ਲਈ ਸੁੱਖ ਮੰਗਦਾ ਹੈ, ਤਪੋ ਰਾਜ ਮੰਗਦਾ ਤੇ ਰਾਜ ਦੇ ਦਿੰਦਾ ਹੈ। ਤੇ ਇੱਕ ਉਹ ਮੁਕਤੀ ਹੈ, ਚਾਰ ਤਰ੍ਹਾਂ ਦੀਆਂ ਮੁਕਤੀਆਂ ਸਾਖੀ ਕਰਤਾ ਨੇ ਮੰਨੀਆਂ ਹਨ। ਸ਼ਾਲੋਕ ਮੁਕਤੀ, ਸਰੂਪ ਮੁਕਤੀ, ਸਮੀਪ ਮੁਕਤੀ, ਮਹਾਦੁਰ ਸਾਧਕ ਮੁਕਤੀ। ਇਹ ਚਾਰ ਦਰਵਾਜ਼ੇ ਚਾਰਾਂ ਅੱਖਰਾਂ ਦੇ ਵਿੱਚ ਹਨ, ਭਾਵ ਸਾਰੀਆਂ ਮੁਕਤੀਆਂ ਵਾਹਿਗੁਰੂ ਮੰਤਰ ਵਿੱਚੋਂ ਮਿਲ ਸਕਦੀਆਂ ਹਨ। ਮਾਨੋ ਇਹ ਪਰਮੇਸ਼ਰ ਦੀਆਂ ਚਾਰ ਬਾਹਾਂ ਹਨ। ਚਾਰ ਉਪਦੇਸ਼ ਚੱਕ ਜੇ ਚਾਰ, ਚਾਰ ਅਵਸਥਾ ਮੈਂ ਸੁਖਕਾਰ। ਇਹ ਵਾਹਿਗੁਰੂ ਮੰਤਰ ਚਾਰਾਂ ਵਰਨਾਂ ਦੇ ਲੋਕਾਂ ਨੂੰ, ਚਾਰਾਂ ਚੱਕਾਂ ਦੇ ਲੋਕਾਂ ਨੂੰ, ਚਾਰ ਚੱਕ ਭਾਵ ਸਾਰੀ ਸ੍ਰਿਸ਼ਟੀ, ਪੱਛਮ ਪੂਰਬ ਉੱਤਰ ਦੱਖਣ ਚਾਰੇ ਪਾਸਿਆਂ ਦੇ ਲੋਕਾਂ ਨੂੰ ਤਾਰਨ ਵਾਲਾ ਹੈ। ਪ੍ਰੀਤਮ ਦਾ ਬਚਨ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਹਜੇ ਬ੍ਰਾਹਮਣ ਲੋਕ ਕਹਿੰਦੇ ਸੀ ਕਿ ਜਿਹੜਾ ਇਸ ਉਪਦੇਸ਼ ਹੈ ਵੇਦਾਂ ਦਾ, ਇਹ ਕੇਵਲ ਖੱਤਰੀ ਔਰ ਵੈਸ਼ ਹੀ ਲੈ ਸਕਦਾ ਹੈ, ਔਰ ਬ੍ਰਾਹਮਣ ਲੈ ਸਕਦਾ ਤੇ ਸ਼ੂਦਰ ਨਹੀਂ ਲੈ ਸਕਦਾ। ਭਗਤ ਨਾਮਦੇਵ ਜੀ ਨੂੰ ਮੰਦਿਰ ਚੋਂ ਬਾਹਰ ਕੱਢ ਦਿੱਤਾ। ਭਗਤ ਰਵਿਦਾਸ ਜੀ ਨਾਲ ਲੜਾਈਆਂ ਕਰਦੇ ਰਹੇ, ਭਗਤ ਕਬੀਰ ਸਾਹਿਬ ਨਾਲ ਲੜਾਈਆਂ ਕਰਦੇ ਰਹੇ ਵੀ ਤੁਸੀਂ ਨਾਮ ਲੈ ਨਹੀਂ ਸਕਦੇ, ਤੁਹਾਨੂੰ ਪਰਮੇਸ਼ਰ ਦਾ ਹੁਕਮ ਨਹੀਂ। ਪਰ ਮੇਰੇ ਪ੍ਰੀਤਮ ਜੀ ਕਹਿੰਦੇ ਜੋ ਸ਼ਰਨੇ ਆਵੈ ਤਿਸ ਕੰਠ ਲਗਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਪਰਮੇਸ਼ਰ ਦਾ ਸੁਭਾਅ ਹੈ। ਜਿਹੜਾ ਵੀ ਇੱਥੇ ਚੱਲ ਕੇ ਆ ਗਿਆ ਉਹਨੂੰ ਗਲੇ ਲਾਉਂਦਾ ਹੈ। ਇੱਥੇ ਤਾਂ ਸਦਨਾ ਆ ਗਿਆ, ਉਹ ਵੀ ਭਗਤ ਬਣ ਗਿਆ। ਕੋ ਸਤਨਾਮ। ਸਦਨਾ ਵੀ ਭਗਤ ਬਣ ਗਿਆ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ, ਇਹ ਚਾਰਾਂ ਅਵਸਥਾ ਦੇ, ਚਾਰਾਂ ਚੱਕਾਂ ਦੇ, ਚਾਰਾਂ ਹੀ ਜਿਹੜੇ ਲੋਕ ਹਨ ਖੱਤਰੀ ਬ੍ਰਾਹਮਣ ਸੂਦ ਵੇ, ਚਾਰਾਂ ਵਰਨਾਂ ਦੇ ਜੀਵਾਂ ਨੂੰ ਤਾਰਨ ਵਾਲਾ ਹੈ। ਦੋਹਰਾ ਨਿਰਪ ਵਿਵੇਕੀ ਸੈਨ ਮੈਂ, ਸੈਨਾਪਤ ਇਹ ਚਾਰ। ਵਿਵੇਕ ਹੁੰਦਾ ਗਿਆਨ, ਮਾਨੋ ਗਿਆਨ ਰਾਜਾ ਹੈ। ਗਿਆਨ ਤੋਂ ਬਗੈਰ ਸਾਡਾ ਜੀਵਨ ਬੇਕਾਰ ਹੈ। ਗਿਆਨ ਮਾਨੋ ਸਾਡੇ ਸਰੀਰ ਦਾ ਰਾਜਾ ਹੈ ਤੇ ਇਹ ਚਾਰੇ ਅੱਖਰ ਮਾਨੋ ਉਹਦੀ ਸੈਨਾ ਹੈ। ਬਹੁ ਕਾਟਕ ਕੋ ਜੀਤ ਕੇ ਛਿਨ ਮੈਂ ਨੀਵਤ ਮਾਰ। ਔਰ ਜਿਵੇਂ ਰਾਜੇ ਦੀ ਸੈਨਾ ਦੂਸਰੇ ਦੁਸ਼ਮਣ ਰਾਜੇ ਦੀ ਫੌਜ ਨੂੰ ਮਾਰ ਕੇ ਜਿੱਤ ਲੈਂਦੀ ਹੈ, ਇਹ ਵਾਹਿਗੁਰੂ ਮੰਤਰ ਦੇ ਚਾਰੇ ਅੱਖਰ ਸਾਡੇ ਵਿਸ਼ੇ ਵਿਕਾਰਾਂ, ਮੋਹ ਮਮਤਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਇਹਨਾਂ ਚਾਰਾਂ ਤਰ੍ਹਾਂ ਦੇ ਵੈਰੀਆਂ ਨੂੰ ਮਾਰ ਕੇ
ਇੱਕ ਛਿਣ ਵਿੱਚ ਜਿੱਤ ਲੈਂਦੀ ਹੈ। ਚੌਪਈ प्रेम भगत के भूखन चार लखन ज्ञान को लोचन चार। ਔਰ ਪ੍ਰੇਮ ਭਗਤੀ ਦੇ ਇਹ ਚਾਰ ਗਹਿਣੇ ਹਨ ਔਰ ਗਿਆਨ ਦੇ ਇਹ ਚਾਰ ਅੱਖਾਂ ਹਨ। ਭਾਵ ਵਾਹਿਗੁਰੂ ਮੰਤਰ ਦਾ ਜਾਪ ਕਰੋਗੇ ਤਾਂ ਇਹਦੇ ਵਿੱਚੋਂ ਕਿੰਨਾ ਕੁਝ ਪ੍ਰਾਪਤ ਹੋਣਾ ਹੈ। ਭਾਈ ਸਾਹਿਬ ਜੀ ਕੱਲਾ ਕੱਲਾ ਕਰਕੇ ਦੱਸ ਰਹੇ ਹੈ। ਪ੍ਰੇਮਾ ਭਗਤੀ ਦੇ ਇਹ ਚਾਰ ਗਹਿਣੇ ਮਾਨੋ ਅਤੇ ਗਿਆਨ ਰੱਖਣ ਵਾਲੀਆਂ ਦੀਆਂ ਇਹ ਚਾਰ ਅੱਖਾਂ ਬਣ ਜਾਂਦੇ ਹਨ। ਚਾਰ ਪਦਾਰਥ ਕੇ ਦਾਤਾਰ ਚਾਰ ਜੋ ਜਗ ਤਿਨ ਮੈਂ ਕਤਕਾਰ। ਚਾਰ ਪਦਾਰਥ ਜੇ ਕੋ ਮੰਗੈ ਸਾਰ ਜਨਾ ਕੀ ਸੇਵਾ ਲਾਗੈ। ਇਹ ਚਾਰੇ ਪਦਾਰਥਾਂ ਦੇ ਦਾਤੇ ਹਨ ਔਰ 400 ਜਗ ਚਾਰ ਯੁੱਗ ਚਾਰਾਂ ਯੁੱਗਾਂ ਦੇ ਵਿੱਚ ਇਹਨਾਂ ਦੇ ਨਾਲ ਹੀ ਜੀਵਾਂ ਦੀ ਮੁਕਤੀ ਹੋਈ ਆ। ਗੁਰੂ ਨੇ ਚਾਰੇ ਯੁੱਗਾਂ ਦੇ ਵਿਛੜਿਆਂ ਦਾ ਉਧਾਰ ਕਰਨ ਦਾ ਇੱਕ ਵਧੀਆ ਸਮਾਂ ਬਖਸ਼ਿਆ। ਚੌਹਾਂ ਯੁੱਗਾਂ ਕਾ ਹੁਣ ਨਬੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ। ਚਾਰੇ ਯੁੱਗਾਂ ਦੀਆਂ ਵਿਛੜੀਆਂ ਰੂਹਾਂ ਦਾ ਹੁਣ ਕਲਯੁੱਗ ਦੇ ਵਿੱਚ ਮੈਂ ਸਫਾਇਆ ਕਰ ਦੇਣਾ, ਨੇਮ ਦੇ ਨਾਲ ਉਹਨਾਂ ਦਾ ਮੁਕਤੀ ਕਰਨੀ ਹੈ। ਹੁਣ ਸਾਰਿਆਂ ਨੂੰ ਮਾਨੋ ਜਿਵੇਂ ਕੋਈ ਪਿਆਰੋ ਕੋਈ ਕਰਜ਼ਾ ਲੈਣ ਵਾਲਾ ਕੁਝ ਛੱਡ ਦੇਵੇ, ਕਹੇ ਕਿ ਚਲੋ ਵਿਆਜ ਛੱਡਿਆ ਮੂਲ ਦੇ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦੇ ਨਾਲ ਮੈਂ ਸਾਰਿਆਂ ਦਾ ਹੀ ਉਧਾਰ ਕਰਨਾ ਹੈ। ਚੌਪਈ ਭਗਤਨ ਕੰਠਾ ਭਰਨ ਸੁਚਾਰ ਜੇ ਛਬ ਦੋਨੋਂ ਲੋਕ ਉਜਾਰ। ਇਹ ਵਾਹਿਗੁਰੂ ਮੰਤਰ ਭਗਤਾਂ ਦੇ ਗਲੇ ਦਾ ਕੰਠਾ ਹੈ। ਹੁਣ ਕੰਠਾ ਬਜ਼ੁਰਗਾਂ ਜਾਣਦੇ ਆ ਸਾਰੇ। ਅੱਜ ਕੱਲ੍ਹ ਵੀ ਕੰਠੇ ਬਣਦੇ ਆ ਪਰ ਪਿੱਤਲ ਦੇ ਬਣਦੇ ਆ। ਡੁਪਲੀਕੇਟ ਪਹਿਲਾਂ ਸੋਨੇ ਦੇ ਬਣਿਆ ਕਰਦੇ ਸਨ। ਵਿਚਾਲੇ ਇੱਕ ਮੋਟਾ ਪੀਸ ਹੁੰਦਾ ਸੀ, ਸਾਈਡਾਂ 'ਤੇ ਸੋਨੇ ਦੀਆਂ ਗੋਲੀਆਂ ਮੋਟੀਆਂ ਮੋਟੀਆਂ ਬਣਾ ਕੇ ਭੰਗੜੇ ਵਾਲੇ ਕੰਠੇ ਪਾਉਂਦੇ, ਵਿਆਹ ਵਾਲਾ ਮੁੰਡਾ ਪਾਉਂਦਾ। ਇਸ ਤਰ੍ਹਾਂ ਕੰਠਾ ਇਹ ਚਾਰ ਅੱਖਰ ਭਗਤਾਂ ਦੇ ਗਲੇ ਦਾ ਮਾਨੋ ਕੰਠਾ ਹੈ। ਔਰ ਜੇ ਸ਼ਬਦ ਦੋਨੋਂ ਲੋਕ ਉਜਾਰ, ਇਸ ਕੰਠੇ ਦੇ ਕਰਕੇ ਜੀਵ ਦੀ ਦੋਨਾਂ ਲੋਕਾਂ ਦੇ ਵਿੱਚ 26 ਭਾਵ ਸੁੰਦਰਤਾ ਬਣਦੀ ਹੈ। ਚਾਰ ਵਰਨ ਕੋ ਧਰਮ ਆਧਾਰ ਚਰਨ ਬਰਨ ਉਰ ਕਬ ਨਾ ਵਿਸਾਰ। ਚਾਰਾਂ ਵਰਨਾਂ ਦੇ ਧਰਮ ਦਾ ਇਹ ਵਾਹਿਗੁਰੂ ਮੰਤਰ ਆਧਾਰ ਹੈ। ਚਾਰਾਂ ਵਰਨਾਂ ਦੇ ਧਰਮ ਦਾ ਇਹ ਚਾਦਰ ਹੈ। ਮਾਨੋ ਜਿਵੇਂ ਤੇਗ ਬਹਾਦਰ ਸਿਮਰਿਆ ਕਹਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ। ਧੰਨ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਨੀਗਾ ਪਰ ਵਾਹਿਗੁਰੂ ਮੰਤਰ ਜਪਣ ਵਾਲੇ ਸਨ। ਤੇ 9ਵੇਂ ਜਾਮੇ ਦੇ ਸਮੇਂ ਔਰੰਗਜ਼ੇਬ ਹਿੰਦੂ ਲੋਕਾਂ ਨੂੰ ਖਤਮ ਕਰਕੇ ਮੁਸਲਮਾਨ ਬਣਾਉਣੇ ਚਾਹੁੰਦਾ ਸੀ। ਉਹ ਵਾਹਿਗੁਰੂ ਮੰਤਰ ਨੂੰ ਜਪਣ ਵਾਲਿਆਂ ਨੇ ਹੀ ਉਹਨਾਂ ਦੇ ਧਰਮ ਨੂੰ ਬਚਾਉਣਾ ਕੀਤਾ। ਚਾਰਾਂ ਵਰਨਾਂ ਦੇ ਧਰਮ ਨੂੰ ਬਚਾਉਣ ਵਾਲਾ ਇਹ ਵਾਹਿਗੁਰੂ ਮੰਤਰ ਹੈ। ਤਾਂ ਤੇ ਜਪਿਆ ਕਰੋ। ਜੀਵ ਪਰਾਤਮ ਮੇਲ ਕੇ ਕਿਦੋ ਦੁਭਾਸੀ ਚਾਰ। ਆਹਾ ਕਹਿੰਦੇ ਚਾਰਾਂ ਵਰਨਾਂ ਨੂੰ ਕਦੇ ਨਾ ਵਿਸਾਰ। ਇਹ ਚਾਰ ਅੱਖਰ ਕਦੇ ਨਾ ਭੁੱਲੋ। 10ਵੇਂ ਪਾਤਸ਼ਾਹ ਜੀ ਨੇ ਤਾਂ ਬਹੁਤ ਵੱਡੇ ਬਚਨ ਕੀਤੇ। ਜਿਸ ਵੇਲੇ ਦਮਦਮਾ ਸਾਹਿਬ ਬੈਠ ਕਰਕੇ ਮੇਰੇ ਪ੍ਰੀਤਮ ਜੀ ਨੇ ਗੁਰੂ ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੁਆਰਾ ਲਿਖਣਾ ਕੀਤਾ ਤੋ ਜਿਹੜਾ ਲਿਖਣ ਸਰ ਸਰੋਵਰ ਹੈ ਨਾ, ਇਹਦੇ ਕਿਨਾਰੇ ਤੇ ਇੱਕ ਬਾਂਸੀ ਦਾ ਪੌਦਾ ਸੀਗਾ। ਸ਼ਾਇਦ ਉਹ ਪਤਾ ਨਹੀਂ ਹੈ ਕਿ ਨਹੀਂ ਹੈ। ਹੁਣ ਉਸ ਬਾਂਸੀ ਦੇ ਪੌਦੇ ਦੇ ਕਾਨੇ ਭਾਵ ਜਿਹੜੀਆਂ ਪਹਿਲਾਂ ਆਪਾਂ ਬਾਂਸ ਦੀਆਂ ਕਲਮਾਂ ਘੜਦੇ ਸੀ ਨਾ, ਇੱਕ ਤਾਂ ਕਾਨਾ ਹੁੰਦਾ ਸਿੰਪਲ ਸਰਦ ਕੰਡਾ, ਇੱਕ ਬਾਂਸ ਹੁੰਦਾ ਵਿੱਚੋਂ ਖੋਖਲਾ, ਤੇ ਉਸ ਦੀ ਕਾਨੀ ਘੜਦੇ ਸੀ। ਉਹ ਜਲਦੀ ਟੁੱਟਦੀ ਨਹੀਂ ਸੀਗੀ। ਤੋ ਉਹ ਬਾਂਸ ਦੀਆਂ ਕਾਨੀਆਂ ਉੱਥੋਂ ਘੜੀਆਂ ਜਾਂਦੀਆਂ ਸਨ, ਉਹ ਬਾਂਸੀ ਦੇ ਪੌਦੇ ਤੋਂ। ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਦੇ ਸਮੇਂ ਬਾਬਾ ਦੀਪ ਸਿੰਘ ਜੀ ਕਲਮਾਂ ਤਿਆਰ ਕਰਦੇ ਭਾਈ ਮਣੀ ਸਿੰਘ ਜੀ ਲਿਖਾਈ ਕਰਦੇ ਔਰ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਾਇਆ ਕਰਦੇ ਸੀ। ਜਦੋਂ ਸਾਰੀ ਸੇਵਾ ਸੰਪੂਰਨ ਹੋ ਗਈ, ਬਹੁਤ ਸਾਰੀ ਸ਼ਾਹੀ ਤੇ ਕਲਮਾਂ ਬਚ ਗਈਆਂ, ਤੋ ਜੋ ਗੁਰਦੁਆਰਾ ਸਿਲਖਣਸਰ ਸਾਹਿਬ ਦੇ ਨਾਲ ਲੱਗਵਾ ਸਰੋਵਰ ਹੈ ਨਾ, ਉਹ ਸਰੋਵਰ ਤੋਂ ਜਲ ਲਿਆ ਕਰਦੇ ਸੀਗੇ ਸ਼ਾਹੀ ਵਾਸਤੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚੀ ਹੋਈ ਸ਼ਾਹੀ ਤੇ ਕਲਮਾਂ ਉਸ ਸਰੋਵਰ ਵਿੱਚ ਪਾ ਦਿੱਤੀਆਂ ਔਰ ਉਸ ਤੋਂ ਬਾਅਦ ਵੀ ਕਈ ਦਿਨ ਕਲਮਾਂ ਕਢਵਾਉਂਦੇ ਰਹੇ ਬਾਬਾ ਦੀਪ ਸਿੰਘ ਤੋਂ ਤੇ ਘੜ ਕੇ ਵਿੱਚ ਪਾ ਦਿੰਦੇ ਉਸ ਦੇ। ਇੱਕ ਦਿਨ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਕਲਮਾਂ ਤੇ ਸ਼ਾਹੀ ਇਹ ਸਰੋਵਰ ਵਿੱਚ ਕਿਉਂ ਪਾ ਦਿੱਤੀ ਬਚੀ ਹੋਈ? ਸਤਿਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਭਾਈ ਮੈਂ ਇਹ ਕਾਸ਼ੀ ਹੈ ਮੇਰੀ ਕਾਸ਼ੀ
ਔਰ ਇਸ ਨੂੰ ਮੈਂ ਗੁਰੂ ਕੀ ਕਾਸ਼ੀ ਦਾ ਵਰ ਦਿੰਦਾ ਹਾਂ। ਔਰ ਇੱਥੇ ਆ ਕਰਕੇ ਵੈਦ ਬਣ ਗਏ ਢੋਰ ਰਾਸ਼ੀ। ਭਾਵ ਜੇ ਜੰਗਲ ਦੇ ਜਿਹੜੇ ਅਨਪੜ੍ਹ ਭੋਲੇ ਭਾਲੇ ਲੋਕ ਹੈ, ਜਿਨ੍ਹਾਂ ਨੂੰ ਕੋਈ ਗਿਆਨ ਹੀ ਨਹੀਂ ਅੱਖਰਾਂ ਬਾਰੇ, ਉਹ ਇੱਥੇ ਆ ਕੇ ਗਿਆਨੀ ਬਣਨਗੇ। ਕਹੋ ਸਤਿਨਾਮ। ਵਿਦਿਆ ਪੜ੍ਹ ਕੇ, ਔਰ ਜਿਹੜਾ ਇੱਥੇ ਆ ਕੇ ਇਹ ਗੁਰਮੁਖੀ ਅੱਖਰਾਂ ਨੂੰ ਲਿਖੂਗਾ। ਗੁਰਮੁਖੀ ਅੱਖਰ ਊੜਾ ਆੜਾ 35 ਅੱਖਰ ਜਿਹੜਾ ਲਿਖੇਗਾ ਲਿਖਾਵੇਗਾ ਇੱਥੇ ਬੈਠ ਕਰਕੇ, ਉਹਨਾਂ ਨੂੰ ਗੁਰਬਾਣੀ ਦਾ ਗਿਆਨ ਔਰ ਵਿਦਿਆ ਦਾ ਗਿਆਨ ਸਹਿਜੀ ਹੋ ਜਾਵੇਗਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉੱਥੇ ਰੀਤ ਪ੍ਰਚਲਿਤ ਹੈ। ਤੁਸੀਂ ਵੀ ਜੇ ਕਦੇ ਨਹੀਂ ਇਹ ਕੰਮ ਕੀਤਾ ਤੇ ਜ਼ਰੂਰ ਕਰਕੇ ਆਉਣਾ। ਜਦੋਂ ਗੁਰਦੁਆਰਾ ਲੇਖਣਸਰ ਸਾਹਿਬ ਜਾਈਏ, ਤਖਤ ਸਾਹਿਬ ਨੂੰ ਜਾਂਦੇ ਹਾਂ, ਸੱਜੇ ਹੱਥ ਜੋ ਗੁਰਦੁਆਰਾ ਸਾਹਿਬ ਹੈ ਨਾਲ ਸਰੋਵਰ ਹੈ, ਉੱਥੇ ਬਰੇਤੀ ਰੱਖੀ ਹੋਈ ਆ, ਕਾਪੀਆਂ ਵੀ ਰੱਖੀਆਂ ਹੋਈਆਂ। ਕੋਈ ਉਂਗਲ ਨਾਲ ਬਰੇਤੀ 'ਚ ਲਿਖ ਦਿੰਦਾ, ਕੋਈ ਕਾਪੀਆਂ 'ਤੇ ਉਸ ਨੂੰ ਨਵਾਂ ਬੰਦਾ ਆ ਕੇ ਫਿਰ ਹੱਥ ਮਾਰ ਕੇ ਪਲੇਨ ਕਰਕੇ ਫਿਰ ਲਿਖ ਦਿੰਦਾ। ਭਾਵ ਜੇ ਕੋਈ ਇਹ ਕੰਮ ਕਰਦਾ ਰਹੇ ਤਾਂ ਉਸ ਨੂੰ ਸਹਿਜੇ ਹੀ ਗੁਰਮਤਿ ਦਾ ਗਿਆਨ ਔਰ ਸੰਸਾਰੀ ਵਿਦਿਆ ਦਾ ਗਿਆਨ ਹੋਵੇਗਾ। ਭਾਈ ਸਾਹਿਬ ਜੀ ਕਹਿੰਦੇ ਇਹ 4 ਅੱਖਰਾਂ ਨੂੰ ਕਦੇ ਨਾ ਵਿਸਾਰੋ। ਵਾਹਿਗੁਰੂ ਨੂੰ 4 ਅੱਖਰ ਇਹ ਸਾਡੇ ਧਰਮ ਦਾ ਆਸਰਾ ਹੈ। ਸਹੀ ਗੱਲ ਹੈ, ਜੇ ਪੰਜਾਬੀ ਬੋਲੀ ਨਾ ਰਹੀ ਫਿਰ ਆਪਾਂ ਕਿੱਥੋਂ ਰਹਾਂਗੇ। ਕਹੋ ਸਤਿਨਾਮ। ਆਪਾਂ ਆਪਣੀ ਮਾਂ ਪੰਜਾਬੀ ਬੋਲੀ ਨਾਲ ਹੀ ਆ ਜੀ। ਇਹ 4 ਅੱਖਰ ਵਾਹਿਗੁਰੂ ਗੁਰਮੰਤਰ ਇਹ ਵੀ ਗੁਰਮੁਖੀ ਦੇ ਅੱਖਰ ਹਨ। ਔਰ ਗੁਰੂ ਪਿਆਰਿਓ, ਜਿਸ ਤਰ੍ਹਾਂ ਪੰਜਾਬੀ ਬੋਲੀ 'ਤੇ ਸਮੇਂ-ਸਮੇਂ 'ਤੇ ਸੰਸਾਰ ਐਂਟੀ ਲੋਕ ਅਟੈਕ ਕਰਦੇ ਹੈ। ਕਿਸੇ ਕੌਮ ਨੂੰ ਖਤਮ ਕਰਨਾ ਹੈ ਤੇ ਉਸ ਦੀ ਭਾਸ਼ਾ ਨੂੰ ਖਤਮ ਕਰ ਦਿਓ, ਹਿੰਦੀ ਸਿਖਾ ਦਿਓ, ਫਿਰ ਪੰਜਾਬੀ ਖਤਮ ਹੋ ਗਈ। ਹਿੰਦੀ ਸੇ ਅੱਗੇ ਤਾਂ ਕੁਝ ਹੋਰ ਹੀ ਬਣ ਗਏ, ਅਗਲਾ ਲਾਣਾ ਕਿਸੇ ਹੋਰ ਤਰ੍ਹਾਂ ਦਾ ਹੀ ਹੋ ਜਾਵੇਗਾ। ਕੋਈ ਸਤਿਨਾਮ। ਇਸ ਕਰਕੇ ਸਾਡੀ ਮਾਤ ਭਾਸ਼ਾ ਸਾਰੀਆਂ ਵਿਦਿਆ ਸਿੱਖੋ। ਪਾਤਸ਼ਾਹੀ ਨਹੀਂ ਕਹਿੰਦੇ ਕਿ ਦੂਜੀਆਂ ਵਿਦਿਆਵਾਂ ਨਾ ਸਿੱਖੋ। ਬਾਬਾ ਦੀਪ ਸਿੰਘ ਜੀ ਨੂੰ ਕਈ ਵਿਦਿਆਵਾਂ ਆਉਂਦੀਆਂ ਸਨ, ਪਰ ਗੁਰਮੁਖੀ ਖਾਸ ਕਰਕੇ ਸਤਿਗੁਰਾਂ ਨੇ ਸਾਨੂੰ ਹੁਕਮ ਕੀਤਾ ਹੈ। ਬਾਬੇ ਨਾਨਕ ਨੇ ਜਿੰਨੀ ਬਾਣੀ ਜਗ੍ਹਾ ਜਗ੍ਹਾ 'ਤੇ ਉਚਾਰੀ, ਜਦੋਂ ਖਡੂਰ ਸਾਹਿਬ ਬੈਠੇ ਆਪਣਾ ਤੇ ਬਾਬਾ ਗੁਰੂ ਅੰਗਦ ਦੇ ਮਹਾਰਾਜ ਜੀ ਉਹਨਾਂ ਕੋਲ ਆਏ ਕਰਤਾਰਪੁਰ ਸਾਹਿਬ ਵਿਖੇ, ਤੇ ਕਰਤਾਰਪੁਰ ਸਾਹਿਬ ਬੈਠ ਕੇ ਉਹਨਾਂ ਨੇ ਉਹਨਾਂ ਕੋਲੋਂ ਜਪਜੀ ਸਾਹਿਬ ਲੜੀਵਾਰ ਕਰਾਇਆ। ਇਹ ਪੌੜੀਆਂ ਕੋਈ ਕਿਤੇ ਉਚਾਰੀਆਂ ਸਨ, ਉਹਨੂੰ ਫਿਰ ਲੜੀਬੰਦ ਕੀਤਾ, ਇੱਕ ਜਪਜੀ ਸਾਹਿਬ ਦਾ ਨਿਤਨੇਮ ਬਣਾਤਾ, ਰਹਿ ਰਸ ਬਣਾ ਦਿੱਤੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਅੱਗੇ ਹੁਕਮ ਦਿੱਤਾ ਕਿ ਆਪਣੀ ਸਿੱਖੀ ਨੂੰ, ਸਿੱਖਾਂ ਦੇ ਬੱਚਿਆਂ ਨੂੰ ਗੁਰਮਤਿ ਦੇ ਵਿੱਚ ਇਹ ਗੁਰਮੁਖੀ ਹੀ ਪੜ੍ਹਾਉਣੀ ਹੈ। ਕਹੋ ਸਤਿਨਾਮ। ਇਹ ਸਾਡੀ ਮਾਤ ਭਾਸ਼ਾ ਹੈ, ਇਸੇ ਦੇ ਵਿੱਚ ਬਾਣੀ ਪੜ੍ਹੋ, ਇਸੇ ਵਿੱਚ ਬਾਣੀ ਨੂੰ ਸਿੱਖੋ, ਸੁਣੋ। ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ੀ ਹਿੰਦੀ ਆਦਿ ਭਾਸ਼ਾਵਾਂ ਨਾ ਸਿੱਖੋ, ਸਿੱਖੋ, ਆਉਣਾ ਚਾਹੀਦਾ, ਫੇਰ ਹੀ ਦੁਨੀਆ ਦਾ ਗਿਆਨ ਹੋਵੇਗਾ। ਉਰਦੂ ਵੀ ਸਿੱਖੋ ਭਾਵੇਂ, ਪਰ ਗੁਰਮੁਖੀ ਜ਼ਰੂਰ ਸਿੱਖੋ, ਪੰਜਾਬੀ ਜ਼ਰੂਰ ਸਿੱਖੋ। ਜੇ ਕਿਸੇ ਨੂੰ ਕਹਿ ਦੀ ਨਾ ਫੋਨ ਦਾ ਨੰਬਰ ਬੋਲੀ, ਤਾਂ ਉਹ ਅੰਗਰੇਜ਼ੀ ਵਿੱਚ ਦੱਸਦਾ 893 ਆਦਿ ਕਰਕੇ। ਜੇ ਪੰਜਾਬੀ ਦੱਸਦੀ ਹੈ, ਕਈ ਬੰਦੇ ਕਹਿੰਦੇ ਬਾਬਾ ਜੀ ਅੰਗਰੇਜ਼ੀ 'ਚ ਹੀ ਦੱਸੋ, ਮੈਨੂੰ ਪੰਜਾਬੀ ਨਹੀਂ ਆਉਂਦੀ। ਫਿਰ ਦੱਸੋ ਵੀ ਅਸੀਂ ਜੇ ਪੰਜਾਬੀ ਭੁੱਲ ਗਏ ਤਾਂ ਗੁਰਬਾਣੀ ਕਿਵੇਂ ਸਿੱਖਾਂਗੇ? ਜੇ ਪੰਜਾਬੀ ਭੁੱਲ ਗਏ ਤਾਂ ਸਾਡੀ ਦਸਤਾਰ, ਸਾਡੀ ਮਾਤ ਭਾਸ਼ਾ, ਸਾਡੀ ਗੁਰਮੁਖੀ ਵਿਦਿਆ ਕਿਵੇਂ ਬਚੂਗੀ? ਖੈਰ, ਅੱਗੇ ਚੱਲ ਗਏ ਆਪਾਂ। ਇਹ 4 ਵਰਨਾਂ ਨੂੰ ਆਪਣੇ ਧਰਮ ਦਾ ਆਸਰਾ ਸਮਝੋ। ਇਹ 4 ਅੱਖਰ ਕਦੇ ਨਾ ਭੁੱਲੋ, ਕਦੇ ਨਾ ਵਿਸਾਰੋ। ਜੀਵ ਪਰਾਤਮ ਮੇਲ ਕੇ ਕਿਦੋਂ ਦੁਭਾਸ਼ੀ। 4 ਕਹਿੰਦੇ ਇਹ 4 ਹੀ ਅੱਖਰ ਮਾਨੋ ਪ੍ਰਾਣੀ ਤੇ ਪ੍ਰਮਾਤਮਾ ਦੇ ਮੇਲ ਦੇ ਲਈ ਦੁਭਾਸ਼ੀਆ ਵਿਚੋਲੇ ਹਨ। ਵਾਹਿਗੁਰੂ ਮੰਤਰ ਵਿਚੋਲਾ ਹੈ। ਦੁਭਾਸ਼ੀਆ ਕੌਣ ਹੁੰਦਾ ਹੈ? ਆ ਤਾਜ ਮਹਿਲ ਆਦਿ ਜਦੋਂ ਇਤਿਹਾਸਕ ਸਥਾਨ ਦੇਖਣ ਵਾਸਤੇ ਅੰਗਰੇਜ਼ ਲੋਕ ਆਉਂਦੇ ਆ ਨਾ, ਉਹਨਾਂ ਨੂੰ ਆਪਣੀ ਭਾਸ਼ਾ ਨਹੀਂ ਆਉਂਦੀ, ਪਰ ਉੱਥੇ ਫਿਰਦੇ ਆ ਦੁਭਾਸ਼ੀਏ, ਜਿਹੜੇ ਅੰਗਰੇਜ਼ੀ ਵੀ ਜਾਣਦੇ ਆ ਔਰ ਪੰਜਾਬੀ ਹਿੰਦੀ ਵੀ ਜਾਣਦੇ ਆ। ਔਰ ਅੰਗਰੇਜ਼ ਪੁੱਛਦੇ ਹਨ ਤਾਂ ਗੁਰੂ ਪਿਆਰੋ ਉਹ ਉਹਨਾਂ ਨੂੰ ਉਹਦੇ ਬਾਰੇ ਅੰਗਰੇਜ਼ੀ 'ਚ ਬੋਲ ਕੇ ਦੱਸਦੇ ਆ। ਕੋਈ ਹਿੰਦੀ ਪੜ੍ਹਿਆ ਹੋਇਆ ਹਰਿਆਣੇ ਦਾ, ਖੇਤਰ ਦਾ ਆਦਿ ਕਿੱਧਰੋਂ ਆਉਂਦਾ ਹੈ, ਉਹਨੂੰ ਹਿੰਦੀ ਵੀ ਸਮਝਾ ਦਿੰਦੇ ਆ, ਪੰਜਾਬੀ ਵਾਲਿਆਂ ਨੂੰ ਪੰਜਾਬੀ ਵੀ ਸਮਝਾ ਦਿੰਦੇ ਆ। ਤਾਂ ਮਾਨੋ ਵਾਹਿਗੁਰੂ ਮੰਤਰ ਵਿਚੋਲਾ ਹੈ, ਦੁਭਾਸ਼ੀਆ ਹੈ, ਜਿਹੜਾ ਆਤਮਾ ਨੂੰ ਪਰਮਾਤਮਾ ਵਿੱਚ ਮਿਲਾ ਸਕਦਾ ਹੈ। ਗਾਹਕ ਜੀ ਅਪਵਰਗ ਕੇ ਭਲੇ ਦਲਾਲ ਵਿਚਾਰ। ਇਹ 4 ਅੱਖਰ ਮਾਨੋ ਉਹਨਾਂ ਦਾ ਸੌਦਾ ਕਰਵਾਉਣ ਵਿੱਚ ਦਲਾਲ ਹਨ, ਜਿਹੜੇ ਮੁਕਤੀ ਦੇ ਗਾਹਕ ਹੈ। ਇਹ ਜਿਹੜੇ ਮੁਕਤੀ ਚਾਹੁੰਦੇ ਹਨ, ਇਹ 4 ਅੱਖਰ ਉਹਨਾਂ ਨੂੰ ਮੁਕਤੀ ਦਿਵਾਉਣ ਦੇ ਲਈ
ਤਿਆਰ ਹਨ। ਭਵ ਬੰਧਨ ਕੇ ਆਮ ਕੋ ਆਖੀਏ ਭੇਖਤ ਚਾਰ। ਔਰ ਭਾਈ ਸਾਹਿਬ ਜੀ ਕਹਿੰਦੇ ਭਵ ਬੰਧਨ ਸੰਸਾਰ ਸੁੰਦਰ ਦੇ ਬੰਧਨਾਂ ਨੂੰ ਕੱਟਣ ਦੇ ਲਈ ਇਹ 4 ਅੱਖਰ ਕਾਰਗਰ ਸਿੱਧ ਹੁੰਦੇ ਹਨ। ਭ੍ਰਮ ਤਮ ਕੋ ਸਮਭਾਨ ਕੇ ਤੀਤ ਸ਼ਬਦ ਉਰਟਾਰ। ਇਹ 4 ਅੱਖਰ ਵਾਹਿਗੁਰੂ ਗੁਰਮੰਤਰ ਹੈ। ਭਰਮ ਦੇ ਹਨੇਰੇ ਨੂੰ ਦੂਰ ਕਰਕੇ ਸੂਰਜ ਦੀ ਨਿਆਈ ਗਿਆਨ ਕਰਾਉਣ ਵਾਲੇ ਹੈ, ਪ੍ਰਕਾਸ਼ ਦੇਣ ਵਾਲੇ ਹੈ। ਜੇ ਸਾਨੂੰ ਅੱਖਰ ਆਉਂਦੇ ਹੋਣਗੇ ਤੇ ਬੋਰਡ ਤੇ ਲਿਖਿਆ ਹੋਇਆ ਪੜ੍ਹ ਸਕਦੇ ਆ ਨਾ। ਜੇ ਨਾ ਅੱਖਰ ਆਉਂਦੇ ਹੋਣਗੇ ਤੇ ਹਨੇਰਾ ਹੀ ਆ, ਚਾਨਣ ਵਿੱਚ ਵੀ ਹਨੇਰਾ। ਜੇ ਅੱਖਰ ਆਉਂਦੇ ਹੋਣਗੇ ਤਾਂ ਹਨੇਰੇ ਵਿੱਚ ਵੀ ਚਾਨਣ ਹੋ ਸਕਦਾ। ਕੋ ਸਤਨਾਮ। ਇਸ ਕਰਕੇ ਸਾਨੂੰ ਵਿੱਦਿਆ ਪੜ੍ਹਨੀ ਕਿੰਨੀ ਜ਼ਰੂਰੀ ਹੈ ਗੁਰੂ ਪਿਆਰਿਓ। ਪਰ ਕਈ ਵਾਰ ਤਾਂ ਮੈਂ ਕਹਿਣਾ ਕਿ ਉਹਨਾਂ ਲੋਕਾਂ ਨੂੰ ਪੰਜਾਬੀ ਦੇ ਬੋਰਡ ਲਿਖਣ ਲਈ ਭੇਜ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਪੰਜਾਬੀ ਦੇ ਬਾਰੇ ਪਤਾ ਹੀ ਨਹੀਂਗਾ। ਠੇਕਿਆਂ 'ਤੇ ਲੈਂਦੇ ਆ ਨਾ ਜੀ, ਅਸੀਂ ਬੋਰਡ ਲਿਖ ਦਿਆਂਗੇ ਸਾਰੇ ਪੰਜਾਬ ਦੀਆਂ ਸੜਕਾਂ 'ਤੇ, ਦੱਸੋ ਠੇਕਾ ਦਿਓ ਇੰਨੇ ਪੈਸਿਆਂ 'ਚ। ਉਹ ਠੇਕੇਦਾਰ ਨੇ ਠੇਕਾ ਲੈ ਲਿਆ ਤੇ ਗਾਂ ਲਿਖਣ ਵਾਲੇ ਪੈਂਟਰ ਭੇਜਤੇ ਉਹ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ। ਤੇ ਕਈ ਥਾਵਾਂ 'ਤੇ ਵੇਖਿਆ ਕਿ ਅੱਖਰ ਪੰਜਾਬੀ ਦੇ ਗਲਤ ਲਿਖੇ ਪਏ ਹੁੰਦੇ ਆ। ਕੋਈ ਸਤਨਾਮ। ਇਸ ਕਰਕੇ ਜੀ ਸਾਨੂੰ ਵਿੱਦਿਆ ਆਉਂਦੀ ਹੋਊ, ਅੱਖਰ ਆਉਂਦੇ ਹੋਣਗੇ ਤਾਂ ਹੀ ਸਾਨੂੰ ਕਿਸੇ ਬੋਰਡ 'ਤੇ ਲਿਖਿਆ, ਕਿਤੇ ਹੋਰ ਲਿਖਿਆ ਜਾਂ ਗੁਰਬਾਣੀ ਦੀ ਜਿਹੜੀ ਇਹ ਸ਼ਬਦ ਹਨ ਇਹ ਤਾਂ ਹੀ ਪੜ੍ਹ ਸਕਦੇ ਹਾਂ। ਤਾਂ ਤੇ ਇਹ ਸਾਡੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦੇ ਲਈ ਸਮਰੱਥ ਹਨ। ਦੇਤ ਸ਼ਬਦ ਉਲਟਾਰ ਸਹਿਜੇ ਹੀ ਅਗਿਆਨਤਾ ਖਤਮ ਕਰਦੇ ਹਨ। ਚੌਪਈ ਜੇ ਪਵ ਸਾਵਜ ਕਰੇ ਅਤੰਕਾ ਨਾਮ ਕਹਿਰੇ ਤਕੇ ਸੋ ਅੰਕਾ। ਜੋ ਸੰਸਾਰ ਰੂਪੀ ਹਾਥੀ ਤੋਂ ਡਰਦੇ ਹਨ ਉਹਨਾਂ ਨੂੰ ਨਾਮ ਰੂਪੀ ਸ਼ੇਰ ਦੀ ਸ਼ਰਨ ਲੈਣੀ ਚਾਹੀਦੀ ਹੈ। ਗੁਰੂ ਪਿਆਰਿਓ, ਹਾਥੀ ਬਹੁਤ ਵੱਡਾ ਹੁੰਦਾ ਹੈ ਨਾ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਸਿੱਖਾਂ ਨੂੰ, ਕੋਈ ਨਹੀਂ ਸਿੱਖੋ, ਜੇ ਕੇਸਰੀ ਚੰਦ ਹਾਥੀ ਲੈ ਕੇ ਆ ਰਹੇ ਆ ਤੇ ਸਾਡਾ ਵੀ ਹਾਥੀ ਹੈਗਾ ਦੁਨੀ ਚੰਦ। ਡਾਢਾ ਮੋਟਾ ਸਰੀਰ ਕਰਕੇ 2.5 ਸੇਰ ਇੱਕ ਟਾਈਮ ਪ੍ਰਸ਼ਾਦ ਛਕ ਜਾਂਦਾ ਸੀ, ਕੜਾਹ ਪ੍ਰਸ਼ਾਦ। ਢਿੱਡ ਬਹੁਤ ਵੱਡਾ ਸੀਗਾ। ਪਾਤਸ਼ਾਹ ਜੀ ਨੇ ਵੈਸੇ ਭਾਵੇਂ ਹੱਸਦੇ ਕਿਹਾ ਪਰ ਉਹਨਾਂ ਨੇ ਬਖਸ਼ਿਸ਼ ਵੀ ਕਰਨੀ ਸੀ, ਉਹ ਡਰ ਕੇ ਭੱਜ ਗਿਆ। ਦੂਜੇ ਦਿਨ ਸਿੱਖ ਕਹਿੰਦੇ ਜੀ ਆਪਣਾ ਹਾਥੀ ਤਾਂ ਭੱਜ ਗਿਆ। ਕਹਿੰਦੇ ਫਿਰ ਕੀ ਹੋ ਗਿਆ, ਹਾਥੀ ਦਾ ਸ਼ਿਕਾਰ ਸ਼ੇਰ ਵੀ ਕਰ ਲੈਂਦੇ ਆ। ਉਹ ਮੇਰੇ ਸ਼ੇਰ ਕਰਨਗੇ। ਮਹਾਰਾਜ ਸ਼ੇਰ ਕਿਹੜਾ? ਉਹ ਭਾਈ ਬਚਿੱਤਰ ਸਿੰਘ ਮਧਰੇ ਜੇ ਕਰਦਾ ਸਿੱਖ, ਭਾਈ ਉਦੈ ਸਿੰਘ, 2 ਭਰਾ ਨੇ ਇਹ ਬਚਿੱਤਰ ਸਿੰਘ। ਉਹਨੇ ਕੁਛ ਨਹੀਂ ਕਿਹਾ, ਅੱਗੋਂ ਹੱਥ ਬੰਨ੍ਹ ਕੇ ਨੀਵੀਂ ਪੜ ਕੇ ਖੜਾ ਹੋ ਗਿਆ। 7 ਬਚਨ ਜਿਵੇਂ ਤੁਹਾਡਾ ਹੁਕਮ, ਬਸ ਤੂੰ ਹਾਥੀ ਨੂੰ ਕੱਲ ਨੂੰ ਪੁੱਠਾ ਮੋੜਨਾ, ਨਾਗਨੀ ਮਾਰਨੀ ਐਸੀ ਮੱਥੇ 'ਚ ਖਿੱਚ ਕੇ ਚੀਕਾਂ ਮਾਰਦਾ ਜਾਵੇ। 7 ਬਚਨ ਜੀ। ਪਤਾ ਸੀ ਵੀ ਕਿਰਪਾ ਤਾਂ ਸਤਿਗੁਰ ਨੇ ਕਰਨੀ ਆ, ਆਪਣਾ ਤਾਂ ਬਹਾਨਾ। ਸਤਿਗੁਰ ਨੂੰ ਆਪਣੀ ਵਡਿਆਈ ਭਾਮਦੀ, ਗੁਰਸਿੱਖਾਂ ਕੀ ਜੈਕਾਰ ਕਰਾਵੇ। ਦੂਜੇ ਦਿਨ ਉਹੀ ਕੰਮ ਹੋਇਆ। ਜਿਹੜੇ ਸੰਸਾਰ ਦੇ ਬੰਧਨਾਂ ਰੂਪੀ ਹਾਥੀਆਂ ਤੋਂ, ਕਾਮ ਵਸ਼ਨਾ ਵਿਕਾਰਾਂ ਆਦਿ ਤੋਂ ਡਰਦੇ ਹਨ, ਉਹ ਸ਼ੇਰ ਰੂਪੀ ਵਾਹਿਗੁਰੂ ਮੰਤਰ ਦੀ ਸ਼ਰਨ ਲੈ ਲੈਣ। ਉਹ ਇਹਨਾਂ ਵਿਕਾਰਾਂ ਨੂੰ ਢਾਹ ਲੈਣ ਵਾਲਾ ਹੈ। ਇਸ ਕਰਕੇ ਆਓ ਇਹ ਵਾਹਿਗੁਰੂ ਮੰਤਰ ਨੂੰ ਸਿਮਰਨਾ ਕਰੀਏ ਜੀ। ਜੀ ਨਰ ਗ੍ਰਸੇ ਕਾਲੂਖ ਅਹਿਸ਼ਾ ਜਾਈ ਸ਼ਰਨ ਸੋ ਨਾਮ ਖਗੇਸ਼ਾ। ਜਿਹੜੇ ਲੋਕ ਪਾਪ ਰੂਪੀ ਨਾਗ ਪਾਸ਼ੋਂ ਡਸੇ ਜਾਂਦੇ ਹਨ, ਜਿਹੜੇ ਪਾਪਾਂ ਪੁੰਨਾਂ ਤੋਂ ਡਰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਇਹ ਨਾਮ ਰੂਪੀ ਗਰੁੜ ਦੀ ਸ਼ਰਨ ਵਿੱਚ ਆ ਜਾਣ। ਇਹ ਗਰੁੜ ਵਰਗਾ ਵੀ ਹੈ ਨਾਮ, ਜਿਹੜੇ ਪਾਪਾਂ ਨੂੰ ਇਉਂ ਕਾਬੂ ਕਰ ਲੈਂਦਾ ਹੈ। ਭਵ ਸਾਗਰ ਮੇ ਖਾਤ ਜੇ ਗੋਤੂ ਗਏ ਕਿਉਂ ਨਾ ਸ਼੍ਰੀ ਨਾਮ ਜੇ ਪੋਤੂ। ਓਏ ਸਿੱਖਾ, ਜੇ ਤੂੰ ਭਵ ਸਾਗਰਾਂ ਵਿੱਚ ਗੋਤੇ ਖਾਂਦਾ ਫਿਰਦਾ ਹੈ, ਨਿਕਲਣਾ ਚਾਹੁੰਦਾ ਹੈ ਤੇ ਨਾਮ ਦੇ ਬੇੜੇ ਵਿੱਚ ਵਹਿ ਜਾ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨਹਾਰ। ਜੇ ਤੂੰ ਟੇਢੀਆਂ ਜੂਨਾਂ ਵਿੱਚ ਗੋਤੇ ਖਾਂਦਾ ਫਿਰਦਾ ਸੰਸਾਰ ਸਮੁੰਦਰ ਵਿੱਚ, ਹੁਣ ਤੂੰ ਬੰਦਾ ਬਣਿਆ ਨਾ ਤੇ ਬਹਿ ਜਾ ਨਾਮ ਦੇ ਬੇੜੇ ਵਿੱਚ। ਦੀਨ ਦੇ ਹਾਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਇਸ ਬੇੜੇ ਕੋ ਪਾਰ ਲੰਘਾਵੋ। ਪਾਤਸ਼ਾਹ ਕਹਿੰਦੇ ਫਿਰ ਆਉ ਜਪੋ ਨਾਮ ਜਪੋ ਜੀ ਐਸੇ ਐਸੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ, ਫਿਰ ਜਪੋ, ਚੜ੍ਹ ਜਾਓ ਮੇਰੇ ਬੇੜੇ ਵਿੱਚ, ਮੈਂ ਤੁਹਾਨੂੰ ਪਾਰ ਲਾਉਣ ਲਈ ਤਿਆਰ ਹਾਂ। ਇਸ ਕਰਕੇ ਜਿਹੜਾ ਭਵ ਸਾਗਰ ਦੇ ਵਿੱਚ ਗੋਤੇ ਖਾਂਦਾ ਫਿਰਦਾ ਹੈ, ਜੇ ਨਿਕਲਣਾ ਚਾਹੁੰਦਾ ਹੈ, ਕਈ ਵਾਰ ਨਾ ਡੁੱਬਦੇ ਹੋਏ ਨੂੰ ਹੱਥੋਂ ਫੜ ਕੇ ਖਿੱਚੀਏ
ਉਹਦੀ 'ਚ ਤਾਕਤ ਵੱਧ ਹੋਵੇ ਤੇ ਉਹ ਦੂਜੇ ਖਿੱਚਣ ਵਾਲੇ ਨੂੰ ਖਿੱਚ ਕੇ ਲੈ ਜਾਂਦਾ, ਤੇ ਜੇ ਖਿੱਚਣ ਵਾਲੇ 'ਚ ਤਾਕਤ ਵੱਧ ਹੋਵੇ ਤੇ ਡੁੱਬਦੇ ਨੂੰ ਕੱਢ ਲੈਂਦਾ। ਇਸ ਕਰਕੇ ਵਾਹਿਗੁਰੂ ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਸਾਨੂੰ ਸਾਰਿਆਂ ਨੂੰ ਡੁੱਬਦਿਆਂ ਨੂੰ ਇਹ ਕੱਢ ਸਕਦਾ ਹੈ। ਇਹਨੂੰ ਫੜੀਏ। ਸਿਮਰਨ ਮੈਂ ਕਿਛ ਖਰਚ ਨਾ ਖੀਦਾ, ਹੈ ਸੁਖੀਨ ਸੁਖਦਾਨ ਅਛੀਦਾ। ਯਾਰ ਇਹਦੇ ਵਿੱਚ ਕੋਈ ਖਰਚਾ ਆਉਂਦਾ ਹੈ? ਸਿਮਰਨ ਕਰਨ ਵਿੱਚ ਕੋਈ ਖਰਚਾ ਆਉਂਦਾ ਹੈ? ਕੋਈ ਤਕਲੀਫ ਹੁੰਦੀ ਆ? ਦੇਖੋ ਨਾ, ਉੱਤੇ ਪੱਖੇ ਚੱਲਦੇ ਆ, ਥੱਲੇ ਦਰੀਆਂ ਵਿਛੀਆਂ ਤੇ ਬੈਠ ਕੇ ਜਪਣਾ ਹੀ ਹੈ ਵਾਹਿਗੁਰੂ 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 ਵਾਹਿਗੁਰੂ। ਸੋ ਗੁਰੂ ਪਿਆਰਿਓ, ਪਾਤਸ਼ਾਹ ਕਹਿੰਦੇ ਨਾਮ ਜਪਣ ਦੇ ਕੋਈ ਖਰਚਾ ਨਹੀਂ ਆਉਂਦਾ, ਕੋਈ ਤਕਲੀਫ ਨਹੀਂ ਹੁੰਦੀ, ਕੋਈ ਹੱਠ ਜੋਗ ਨਹੀਂ ਹੈ, ਕੋਈ ਧੂਣੀਆਂ ਲਾ ਕੇ ਨਹੀਂ ਬਹਿਣਾ, ਕੋਈ ਤਪ ਨਹੀਂ ਕਰਨਾ, ਕੋਈ ਜਲ ਧਾਰੇ ਨਹੀਂ ਕਰਨੇ, ਕੋਈ ਸਾਨੂੰ ਇਹ ਨਹੀਂ ਕਿਹਾ ਕਿ ਔਖੇ ਹੋਵੋ, ਸਰੀਰ ਨੂੰ ਦੁੱਖ ਦੇਵੋ। ਨਾਮ ਜਪੋ, ਬਹਿੰਦਿਆਂ ਉੱਠਦਿਆਂ ਸੁੱਤਿਆਂ ਜਾਗਦਿਆਂ ਹਰ ਵੇਲੇ ਨਾਮ ਜਪਿਆ ਜਾ ਸਕਦਾ। ਮੰਜੇ ਤੇ ਲੰਬੇ ਪਿਆਂ ਵੀ ਜਪਿਆ ਜਾ ਸਕਦਾ, ਚੌਂਕੜਾ ਮਾਰ ਕੇ ਵੀ ਜਪਿਆ ਜਾ ਸਕਦਾ, ਗੋਡੇ ਦੁਖਦੇ ਆ ਕੁਰਸੀ ਤੇ ਬਹਿ ਕੇ ਵੀ ਜਪ ਸਕਦੇ ਹੋ। ਨਾਮ ਜਪਣ ਨੂੰ ਕੋਈ ਬੰਧਨ ਨਹੀਂ ਹੈਗਾ, ਜਿਵੇਂ ਵੀ ਜਪੋ ਜਪ ਲਓ ਇਸ ਨੂੰ, ਬਸ ਇਹਦਾ ਖਹਿੜਾ ਨਾ ਛੱਡੋ। ਪਾਤਸ਼ਾਹ ਤਾਂ 24 ਘੰਟੇ ਅੱਠੇ ਪਹਿਰ ਕਹਿੰਦੇ ਹਨ, ਹੈ ਸੁਖੈਨ ਸੁਖਦਾਨ ਅਸ਼ੇਦਾ। ਇਹ ਸੁਖ ਦੇਣ ਵਾਲਾ ਹੈ, ਸੁੱਖਾਂ ਦਾ ਦਾਤਾ ਹੈ ਅਸ਼ੇਦਾ। ਇਹ ਉਹ ਦਾਤਾ ਹੈ ਜਿਹਦੇ ਦਿੱਤੇ ਸੁੱਖਾਂ ਨੂੰ ਕੋਈ ਖੋ ਨਹੀਂ ਸਕਦਾ। ਦੋਹਰਾ ਸੁੰਦਰ ਸਤਿਗੁਰ ਕੀ ਕਥਾ, ਗੁਣ ਮੰਦਰ ਸੁਖ ਕੰਦ। ਆਓ ਹੁਣ ਇੱਥੋਂ ਬਾਬੇ ਨਾਨਕ ਦੀ ਕਥਾ ਆਰੰਭ ਹੁੰਦੀ ਹੈ, ਉਹਨਾਂ ਦੇ ਜੀਵਨੀ ਆਰੰਭ ਹੁੰਦੀ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਸੁੰਦਰ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੁੰਦਰ ਕਥਾ ਇੱਥੋਂ ਆਰੰਭ ਕਰਦੇ ਹਾਂ, ਜੋ ਸੁੱਖਾਂ ਦਾ ਮੰਦਰ, ਸੁੱਖਾਂ ਦਾ ਘਰ ਹੈ। ਵਰਨਨ ਤਿਸ ਕੋ ਅਬ ਕਰੋ, ਹੋਵੇ ਬਿਗਨ ਨਿਕੰਦ। ਆਓ ਆਰੰਭ ਕਰਦੇ ਹਾਂ, ਇੱਕ ਵਾਰੀ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਹਿੰਦੇ ਆਓ ਮੈਂ ਵਰਣਨ ਕਰਨ ਲੱਗੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਦੀ ਜੀਵਨੀ, ਜੋ ਸੁਖੈਨ ਸੁਖਦਾਤਾ ਬਿਘਨਾਂ ਦੇ ਕੱਟਣ ਵਾਲੀ ਹੈ। ਸ਼੍ਰੀ ਨਾਨਕ ਸੋ ਪ੍ਰਕਾਸ਼ ਮੈਂ, ਕਹੋ ਕਥਾ ਹੈ ਆਦ। ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮਤਲਬ ਜਨਮ ਤੋਂ ਲੈ ਕੇ ਅਖੀਰ ਤੱਕ ਮੈਂ ਇਹ ਕਥਾ ਆਪ ਜੀ ਨੂੰ ਸੁਣਾਉਂਦਾ ਹਾਂ। ਅੰਗਦ ਬਾਲੇ ਕੋ ਮਿਲਣਾ, ਪੁਨ ਤਿਨ ਕੋ ਸਵਾਦ। ਪਹਿਲਾਂ ਮੈਂ ਤੁਹਾਨੂੰ ਸਾਖੀ ਸੁਣਾਵਾਂਗਾ ਜਿੱਥੋਂ ਇਹ ਕਥਾ ਦਾ ਮੁੱਢ ਵੱਜਿਆ। ਇਹ ਮੁੱਢ ਕਿੱਥੋਂ ਵੱਜਿਆ? ਜਦੋਂ ਭਾਈ ਬਾਲਾ ਜੀ ਕਾਫੀ ਸਮੇਂ ਬਾਅਦ ਇੱਕ ਵਾਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਵਾਸਤੇ ਆਉਂਦੇ ਆ। ਸੰਵਾਦ ਹੁੰਦੇ ਆਪਸੀ ਗੱਲਬਾਤ। ਜਿਸ ਵੇਲੇ ਭਾਈ ਬਾਲਾ ਜੀ ਆ ਕੇ ਗੁਰੂ ਅੰਗਦ ਜੀ ਨੂੰ ਮਿਲਦੇ ਆ ਨਾ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਸਿੱਖਾ ਕਿੱਥੋਂ ਆਏ ਆ? ਜੀ ਮੈਂ ਨਨਕਾਣਾ ਸਾਹਿਬ। ਅੱਛਾ, ਮੇਰੇ ਪ੍ਰੀਤਮ ਦੇ ਪਿੰਡੋਂ ਆਇਆ। ਆਹਾ, ਕਮਾਲ ਹੋ ਗਈ, ਫਿਰ ਤਾਂ ਬੜਾ। ਤੂੰ ਮੇਰੇ ਮਾਲਕ ਨੂੰ ਮਿਲਿਆ? ਹਾਂ ਮਹਾਰਾਜ, ਮੈਂ ਨਾਲ ਹੀ ਰਿਹਾ। ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਬਾਲਾ। ਕਿਉਂਕਿ ਜਦੋਂ ਗੁਰੂ ਅੰਗਦ ਦੇਵ ਜੀ ਗਏ ਸੀ, ਭਾਈ ਬਾਲਾ ਜੀ ਕਰਤਾਰਪੁਰ ਵਸਣ ਤੋਂ ਬਾਅਦ ਉਦੋਂ ਪਹਿਲਾਂ ਆ ਗਏ ਸੀ ਘਰੇ, ਔਰ ਦੁਬਾਰਾ ਜਦੋਂ ਜਾਂਦੇ ਆ ਫਿਰ ਮਿਲਦੇ ਆ ਉਹਨਾਂ ਨੂੰ। ਅੱਛਾ ਤੂੰ ਮਿਲਿਆ? ਹਾਂ ਜੀ। ਉਹਨਾਂ ਦੇ ਜੀਵਨ ਦੀਆਂ ਗੱਲਾਂ ਬਾਤਾਂ ਸੁਣਾ। ਭਾਈ ਬਾਲਾ ਜੀ ਨੇ ਵਿੱਚੋਂ ਟੁੱਟਵੀਆਂ ਜਿਹੀਆਂ ਗੱਲਾਂ ਬਾਤਾਂ ਸੁਣਾਈਆਂ। ਕਹਿੰਦੇ ਆਏ ਨਹੀਂ ਸਵਾਦ ਆਉਂਦਾ, ਸਿਰੇ ਤੋਂ ਲੈ ਕੇ ਸੁਣਾ। ਤੂੰ ਉਹਨਾਂ ਦੇ ਜਨਮ ਬਾਰੇ ਜਾਣਦਾ? ਕਹਿੰਦਾ ਹਾਂ ਜੀ, ਮੈਂ 3 ਸਾਲ ਪਹਿਲਾਂ ਜੰਮੇ, ਉਹ 3 ਸਾਲ ਬਾਅਦ ਜੰਮੇ ਸੀ। ਅੱਛਾ, ਫਿਰ ਸਿਰੇ ਤੋਂ ਸੁਣਾ। ਕਹਿੰਦੀ ਸਿਰੇ ਤੋਂ ਸੁਣਨੀ ਆ ਨਾ ਤਾਂ ਪਹਿਲਾਂ ਉਹਨਾਂ ਦੀ ਜਨਮ ਪੱਤਰੀ ਲੈ ਕੇ ਆਈ। ਆਪਾਂ ਡੇਟ ਆਫ ਬਰਥ ਵੀ ਲਿਖਦੀ ਹੈ ਸਖਾ ਦੇ ਕਥਾ ਦੇ ਵਿੱਚ। ਅੱਛਾ ਠੀਕ ਹੈ, ਫਿਰ ਉਹ ਕਿੱਥੋਂ ਮਿਲੂਗੀ? ਉਹ ਕਹਿੰਦੇ ਜੀ ਉਹਨਾਂ ਦੇ ਘਰੇ ਨਾ ਮਹਿਤਾ ਕਾਲੂ ਜੀ ਤਾਂ ਹੁਣ ਹੈ ਨਹੀਂ, ਮਾਤਾ ਤ੍ਰਿਪਤਾ ਵੀ ਹੈ ਨਹੀਂ, ਉਹਨਾਂ ਦਾ ਭਰਾ ਚਾਚਾ ਲਾਲੂ ਛੋਟਾ ਉਹ ਹੈਗਾ, ਔਰ ਉਹਨਾਂ ਦੇ ਗ੍ਰੰਥ ਪਏ ਆ ਪਟਵਾਰ ਦੇ, ਉੱਥੋਂ ਲੱਭ ਸਕਦੀ ਆ। ਆਪਾਂ ਖੈਰ ਅੱਗੇ ਪੜ੍ਹਾਂਗੇ ਚੱਲਦੇ ਹੋਏ। ਇਹ ਕਥਾ ਇੱਥੋਂ ਭਾਈ ਸਾਹਿਬ ਜੀ ਸ਼ੁਰੂ ਕਰਦੇ ਹਨ। ਕਹਿੰਦੇ ਭਾਈ ਬਾਲੇ ਦਾ ਗੁਰੂ ਅੰਗਦ ਜੀ ਨੂੰ ਮਿਲਣਾ ਤੇ ਉਹਨਾਂ ਦੀ ਗੱਲਬਾਤ ਹੋਣੀ। ਚੌਪਈ ਪੁਨ ਸ਼੍ਰੀ ਨਾਨਕ ਜਨਮ ਸੁਹਾਵਾ, ਸ਼ੀਸ਼ ਲੀਲਾ ਬੋ ਨਰਨ ਦਿਖਾਵਾ। ਸ਼ਿਸ਼ ਲੀਲਾ, ਸ਼ਿਸ਼ ਕਹਿੰਦੇ ਆ ਬੱਚੇ ਨੂੰ, ਬੱਚਿਆਂ ਵਾਲੇ ਕੌਤਕ। ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਗੱਲਬਾਤ ਸੁਣਾਵਾਂਗਾ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਦੀ,
ਫਿਰ ਮੈਂ ਤੁਹਾਨੂੰ ਬਾਬੇ ਨਾਨਕ ਜਨਮ ਬਾਰੇ ਦੱਸਾਂਗਾ, ਫਿਰ ਜਿਹੜੀ ਉਹਨਾਂ ਨੇ ਬਚਪਨ ਵਿੱਚ ਕੌਤਕ ਕੀਤੇ ਉਹ ਵੀ ਦੱਸਾਂਗਾ। ਕਹੋ ਕਥਾ ਕੈ ਮੋਦੀ ਖਾਨਾ, ਤੈ ਤਜ ਦੇਸ਼ ਬਲੋਕੇ ਨਾਨਾ। ਫਿਰ ਉਹਨਾਂ ਨੇ ਮੋਦੀ ਖਾਨਾ ਚਲਾਇਆ ਸੀਗਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਫਿਰ ਉਹਨਾਂ ਨੇ ਦੇਸ਼ ਦੂਰ ਦੇਖਣ ਵਾਸਤੇ ਜਾਣਾ ਕੀਤਾ, ਭਾਵ ਉਦਾਸੀਆਂ, ਉਹ ਵੀ ਪੜਾਂਗੇ ਸੁਣਾਂਗੇ ਆਪਾਂ। ਜੈ ਤੈ ਸਿੱਖੀ ਰੀਤ ਚਲਾਏ, ਪੁਰ ਕਰਤਾਰ ਬਸੇ ਪੁਨ ਆਏ। ਉਹਨਾਂ ਨੇ 4 ਉਦਾਸੀਆਂ ਲਾ ਕੇ ਜਿੱਥੇ ਕਿੱਥੇ ਸਿੱਖੀ ਦੀ ਇਹ ਗੰਗਾ ਚਲਾਈ, ਸਿੱਖੀ ਦੀ ਰੀਤ ਚਲਾਈ। ਫਿਰ ਉਹਨਾਂ ਨੇ ਆ ਕੇ ਕਰਤਾਰਪੁਰ ਵਾਸਾ ਕੀਤਾ ਸੀ। ਸਿੱਖੀ ਪਰਖੀ ਸਿੱਖਨ ਕੀ ਜਬ, ਸ਼੍ਰੀ ਅੰਗਦ ਕੋ ਤਖਤ ਦਿਓ ਤਬ। ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਆ, ਕਹਿੰਦੇ ਫੇਰ ਬਾਬੇ ਨਾਨਕ ਨੇ ਸਿੱਖਾਂ ਦੀ ਸਿੱਖੀ ਦੀ ਪਰਖ ਕੀਤੀ। ਬਾਰ-ਬਾਰ ਪਰਖ ਹੋਈ ਸਿੱਖਾਂ ਦੀ, ਬਈ ਕਿਹੜਾ ਮੇਰੇ ਬੱਚਨ ਨੂੰ ਹਰ ਵੇਲੇ ਸੱਚਾ ਮੰਨਦਾ ਹੈ। ਉਸ ਪ੍ਰੀਖਿਆ ਚੋਂ ਧੰਨ ਗੁਰੂ ਅੰਗਦ ਦੇਵ ਜੀ ਪਾਸ ਹੁੰਦੇ ਰਹੇ। ਅਸਗੁਰ ਕੀਰਤ ਕਰਹੁ ਗ੍ਰੰਥ, ਸੁਨ ਸਿੱਖ ਪਾਵੈ ਗੁਰ ਕੋ ਪੰਥ। ਹਾਂ, ਗੁਰੂ ਅੰਗਦ ਦੇਵ ਜੀ ਨੂੰ ਫਿਰ ਉਹਨਾਂ ਨੇ ਤਖਤ ਦੇ ਦਿੱਤਾ। ਐਸੇ ਗੁਰੂ ਦੀ ਮੈਂ ਕਥਾ ਆਰੰਭ ਕਰਨ ਲੱਗਿਆ ਹਾਂ। ਜਿਹੜਾ ਐਸੇ ਗੁਰੂ ਦੀ ਕਥਾ ਨੂੰ ਸੁਣੇਗਾ, ਇਸ ਗ੍ਰੰਥ ਨੂੰ ਕਥਾ ਨੂੰ ਸਰਵਣ ਕਰੇਗਾ, ਸੋ ਸੁਖ ਪਾਵੈ ਗੁਰ ਕੋ ਪੰਥ। ਗੁਰੂ ਦੇ ਮਾਰਗ ਤੇ ਚੱਲੇਗਾ ਔਰ ਗੁਰੂ ਦੇ ਕੋਲੋਂ ਦਾਤਾਂ ਨੂੰ ਪ੍ਰਾਪਤ ਕਰੇਗਾ। ਗੁਰ ਕੀਰਤ ਸਰਤਾ ਜਿਵ ਬਰਨੀ, ਮੰਗਲ ਕਰਨ ਅਮੰਗਲ ਹਰਨੀ। ਹਿੰਦੂ ਮਤ ਵਿੱਚ ਗੰਗਾ ਨਦੀ ਮੰਨੀ ਗਈ ਆ ਕਿ ਗੰਗਾ ਦੇ ਵਿੱਚ ਨਹਾਤਿਆਂ ਪਾਪ ਦੂਰ ਹੋ ਜਾਂਦੇ ਆ, ਗੰਗਾ ਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ। ਪਰ ਬਾਬੇ ਨਾਨਕ ਨੇ ਇੱਕ ਗਿਆਨ ਦੀ ਗੰਗਾ ਚਲਾਈ ਆ, ਕੋਈ ਸਤਨਾਮ। ਉਹ ਗੰਗਾ ਤਾਂ ਕਿਤੇ ਕਿਤੇ ਚੱਲਦੀ ਆ, ਜਿੱਥੇ ਜਿੱਥੇ ਉਹਦੇ ਕਿਨਾਰੇ ਆ, ਜਿੱਥੇ ਜਿੱਥੇ ਦਰਿਆ ਵਗਦਾ। ਪਰ ਬਾਬੇ ਨਾਨਕ ਦੀ ਇਹ ਗਿਆਨ ਦੀ ਗੰਗਾ ਤਾਂ ਆਲ ਵਰਲਡ ਦੇ ਵਿੱਚ ਸਮੁੰਦਰ ਦੀ ਨਿਆਈ ਫੈਲ ਚੁੱਕੀ ਆ, ਕੋਈ ਸਤਨਾਮ। ਸਿੱਖਾਂ ਦੇ ਹਿਰਦਿਆਂ ਵਿੱਚ ਦੀ ਲੰਘਦੀ ਆ ਧਾਰਾਂ ਲੈ ਕੇ ਆਪਣੀਆਂ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਇਹ ਗੁਰੂ ਦੀ ਸਿਫਤ ਮਾਨੋ ਗੁਰੂ ਦੀ ਗੰਗਾ ਹੈ, ਇੱਕ ਨਦੀ ਹੈ, ਮੰਗਲ ਕਰਨ ਅਮੰਗਲ ਹਰਨੀ। ਸਾਡੇ ਪਾਪਾਂ ਨੂੰ ਖੋਹ ਲੈਣ ਵਾਲੀ ਤੇ ਸੁੱਖ ਦੇਣ ਵਾਲੀ ਹੈ ਦੋਹਰਾ। ਬੰਧਨ ਬ੍ਰਿਖੇ ਸਹਿਤ ਪਰਬ ਬੇਮੁਖਤਾ ਕੂਲ। ਇਸ ਨਦੀ ਦੇ ਭਰਮ ਅਤੇ ਬੇਮੁਖਤਾ ਨਦੀ ਦੇ ਕਿਨਾਰੇ ਹਨ ਸੰਸਾਰ ਸਮੁੰਦਰ। ਸੰਸਾਰ ਸਮੁੰਦਰ ਕਿਨਾਰੇ 2 ਹੀ ਹੁੰਦੇ ਆ ਪਾਣੀ ਦੇ, ਤੇ ਸੰਸਾਰ ਜਿਹੜਾ ਹੈ 2 ਕਿਨਾਰਿਆਂ ਵਿੱਚ ਵਹਿ ਰਿਹਾ ਹੈ। ਇੱਕ ਭਰਮਾਂ ਦਾ ਕਿਨਾਰਾ ਤੇ ਦੂਜੇ ਪਾਸੇ ਮਨਮੁਖਤਾ ਦਾ, ਬੇਮੁਖਤਾ ਦਾ ਸੰਸਾਰ ਇਹਦੇ ਵਿੱਚ ਡੁੱਬ ਰਿਹਾ ਹੈ ਜੀ। ਕਹਿਨ ਸੁਨਣ ਪਰਵਾਤੇ ਹੈ, ਢਾਈ ਉਖਾਰੇ ਮੂਲ। ਔਰ ਜਿਸ ਨੇ ਕਿਨਾਰੇ ਸੰਸਾਰ ਦੇ ਬੰਧਨਾਂ ਰੂਪੀ ਰੁੱਖ ਢਾ ਦਿੱਤੇ, ਭਾਵ ਜਿਵੇਂ ਕਿਨਾਰੇ ਤੇ ਖੜੇ ਦਰਖਤਾਂ ਨੂੰ ਪਾਣੀ ਰੋੜ ਕੇ ਲੈ ਜਾਂਦਾ ਹੈ, ਤੇ ਇਹ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਇਸ ਨਦੀ ਵਿੱਚ ਬੰਦਾ ਬਹਿ ਤੁਰਿਆ ਸੀ। ਇਹ ਸੁੱਕੀ ਨਦੀ ਵਿੱਚ ਗੁਰੂ ਸਾਹਿਬ ਦੀ ਸਿਫਤ ਫੈਲ ਗਈ। ਸੰਸਾਰ ਸਮੁੰਦਰ ਸੁੱਕੀ ਨਦੀ ਸੀ, ਕਿਨਾਰਿਆਂ ਦੇ ਉੱਤੇ ਭਰਮ ਅਤੇ ਬੇਮੁਖਤਾ ਦੇ ਕਿਨਾਰਿਆਂ ਵਿੱਚ ਬੰਦੇ ਜਿਹੜੇ ਦੁਖੀ ਹੋ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਦੋਂ ਇਹਨਾਂ ਦੀ ਸਿਫਤ ਦੀ ਗੰਗਾ ਚੱਲੀ ਹੈ, ਗੁਰਬਾਣੀ ਦੀ ਗੰਗਾ ਚੱਲੀ, ਗੁਰਬਾਣੀ ਦਾ ਦਰਿਆ ਚੱਲਿਆ, ਭਾਵ ਗੁਰਬਾਣੀ ਦੀ ਸਿੱਖਿਆ ਫੈਲੀ, ਜਦੋਂ ਗਿਆਨ ਦੀ ਗੰਗਾ ਚੱਲੀ, ਇਹਨੇ ਢਾਇਆਂ ਨੂੰ ਢਾਹ ਕੇ ਭਰਮਾਂ ਅਤੇ ਬੇਮੁਖਤਾ ਦੇ ਦਰਖਤਾਂ ਨੂੰ ਰੋੜ ਦਿੱਤਾ ਹੈ। ਚੌਪਈ ਗੁਰ ਸਿੱਖਨ ਮੱਜਨ ਹੈ ਜੋਗੋ, ਗੁਰ ਸਿੱਖੀ ਸੁਖ ਆਨੰਦ ਭੋਗੋ। ਆਹ ਉਹੀ ਨਦੀ ਦਾ ਕਿਨਾਰਾ ਜਿੱਥੇ ਆਪਾਂ ਬੈਠੇ ਆ, ਕਹੋ ਸਤਨਾਮ। ਇਹ ਗੁਰੂ ਦੀ ਸਿਫਤ ਦੀ ਨਦੀ ਦਾ ਕਿਨਾਰਾ ਹੀ ਆ। ਆਪਾਂ ਕਿਨਾਰੇ ਤੇ ਬੈਠੇ ਆ, ਉਤਰ ਜੀਏ ਵਿੱਚ ਬਾਣੀ ਦੇ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਕਹਿੰਦੇ ਜੇ ਕੋਈ ਇਹਦੇ ਵਿੱਚ ਡੁੱਬ ਜਾਵੇ ਫਿਰ ਉਹਨੂੰ ਸਾਰ ਤੱਤ ਪਤਾ ਲੱਗਦਾ ਹੈ। ਇਹ ਗੁਰੂ ਦੇ ਸਿੱਖਾਂ ਦੇ ਮੱਜਨ ਹੈ ਜੋਗੂ, ਇਸ਼ਨਾਨ ਕਰਨ ਯੋਗ ਹੈ। ਆਓ ਇਸ ਸਿਫਤ ਦੇ ਵਿੱਚ ਡੁੱਬੀਏ, ਆਪਾਂ ਵੀ 2 ਚੱਬੀਆਂ ਲਾਈਏ, ਆਪਾਂ ਵੀ ਸਾਡੇ ਵੀ ਵਿਕਾਰਾਂ ਭਰਮਾਂ ਦਾ ਖਾਤਮਾ ਹੋਵੇ। ਗੁਰਸਿੱਖੀ ਸੁਖ ਆਨੰਦ ਭੋਗੋ। ਜਿਹੜਾ ਇਸ ਗੁਰਸਿੱਖੀ ਦੀ ਗੰਗਾ ਵਿੱਚ ਡੁੱਬੇਗਾ, ਤਾਰੀਆਂ ਲਾਏਗਾ, ਸਿਫਤ ਸੁਣੇਗਾ, ਉਹ ਆਨੰਦ ਨੂੰ ਪ੍ਰਾਪਤ ਹੋਵੇਗਾ। ਨਿੰਦਕ ਜੋਨ ਅਸੂਆ ਸਹਿਤੋ, ਤਿਨ ਕੇ ਜੋਗ ਨਾਇ ਦੁਖ ਤਹਿਤੋ। ਭਾਈ ਜਿਹੜੇ ਗੁਰੂ ਦੇ ਨਿੰਦਕ ਹਨ,
ਜਿਹੜੇ ਗੁਰੂ ਦੇ ਐਂਟੀ ਚੱਲਣ ਵਾਲੇ ਆ, ਜਿਹੜੇ ਗੁਰੂ ਨਾਨਕ ਨਾਲ ਈਰਖਾ ਕਰਦੇ ਆ, ਉਹਨਾਂ ਦੇ ਵਾਸਤੇ ਇਹ ਜਿਹੜੀ ਆ ਨਦੀ ਠੀਕ ਨਹੀਂ ਹੈ ਕਿ ਉਹ ਆਉਂਦੇ ਨਹੀਂ ਵਿੱਚ ਵਿਚਾਰੇ, ਉਹਨਾਂ ਦਾ ਕੋਈ ਭਲਾ ਨਹੀਂ ਹੋ ਸਕਦਾ ਗਾ। ਵੈਸੇ ਗੰਗਾ ਇਹ ਜਿਹੜੀ ਗਿਆਨ ਦੀ ਗੰਗਾ ਹੈ, ਇਹ ਸਭ ਦਾ ਉਧਾਰ ਕਰਦੀ ਆ, ਪਰ ਜਿਹੜੇ ਨਿੰਦਕ ਲੋਕ ਹੈ, ਈਰਖਾ ਕਰਨ ਵਾਲੇ ਹੈ, ਤਿਨਕੇ ਜੋਗ ਨਾ ਇਹ ਦੁੱਖ ਦੇ ਤੂੰ, ਉਹਨਾਂ ਨੂੰ ਇਹ ਦੁਖਦਾਈ ਲੱਗਦੀ ਆ। ਭਾ ਬਹੁਤ ਸਾਰੇ ਲੋਕ ਹੈ ਜਿਹੜੇ ਗੁਰੂਆਂ ਦੇ ਬਾਰੇ ਵੀ ਐਂਟੀ ਬੋਲਦੇ ਆ, ਪੁੱਠਾ ਸਿੱਧਾ ਬੋਲਦੇ ਆ, ਉਹ ਦੁਖੀ ਹੋ ਰਹੇ ਆ ਨਾ ਵੀ ਗੁਰੂ ਨਾਨਕ ਦੀ ਇੰਨੀ ਸਿਫਤ ਹੋ ਰਹੀ ਹੈ ਯਾਰ, ਹੈ ਸਾਡਾ ਪੰਥ ਕਿਉਂ ਨਹੀਂ ਉਹੋ ਜਿਹਾ ਚੱਲਦਾ ਜਿਹੋ ਜਿਹਾ ਬਾਬੇ ਨਾਨਕ ਦਾ ਚੱਲਦਾ। ਇਹ ਤਾਂ ਪਰਮੇਸ਼ਰ ਦਾ ਚਲਾਇਆ ਹੋਇਆ, ਇਹਦੀਆਂ ਜੜ੍ਹਾਂ ਇਹਦੀਆਂ ਨਿਉਆਂ ਤਾਂ ਪਰਮੇਸ਼ਰ ਨੇ ਰੱਖੀਆਂ। ਜਿਹੜੇ ਲੋਕ ਈਰਖਾ ਕਰਦੇ ਆ ਉਹ ਦੁਖੀ ਬਹੁਤ ਹੋ ਰਹੇ ਆ। चतुर दर्शो चल के सो प्रवाहु और सागर में अस्थित आहु। ਇਹ ਨਦੀ ਜੋ ਗਿਆਨ ਦੀ ਨਦੀ ਗੁਰੂ ਨੇ ਚਲਾਈ ਹੈ, ਇਹ ਸਾਡੇ ਕੰਨਾਂ ਦੇ ਰਾਹੀਂ ਵੜ ਕੇ ਸਾਡੇ ਹਿਰਦੇ ਵਿੱਚ ਆ ਕੇ ਫੈਲ ਜਾਂਦੀ ਆ। ਜਿਵੇਂ ਮਾਨ ਸਰੋਵਰ ਹੈ ਨਾ, ਗੁਰੂ ਪਿਆਰੇ ਹੇਮਕੁੰਟ ਸਾਹਿਬ ਦਾ ਸਰੋਵਰ, ਜਿਵੇਂ ਉਹ ਖੜਾ ਇੱਕ ਥਾਂ ਤੇ ਪਾਣੀ, ਪਿੱਛੋਂ ਝੀਲਾਂ 'ਚੋਂ ਆ ਰਿਹਾ, ਉੱਤੋਂ ਪਹਾੜੀਆਂ ਤੋਂ ਡਿੱਗ ਰਿਹਾ, ਉਹਦੇ ਵਿੱਚੋਂ ਦੀ ਲੰਘ ਕੇ ਥੱਲੇ ਵਗ ਜਾਂਦਾ, ਪਰ ਉੱਥੇ ਕੁਝ ਖੜਾ ਜਲ। ਉਸੇ ਤਰ੍ਹਾਂ ਹੀ ਇਹ ਗਿਆਨ ਦੀ ਗੰਗਾ ਸਾਡੇ ਕੰਨਾਂ ਦੇ ਵਿੱਚੋਂ ਵੜ ਕੇ ਸਾਡੇ ਹਿਰਦੇ ਵਿੱਚ ਰੁਕ ਜਾਵੇ, ਇੱਥੇ ਖੜ ਜਾਵੇ ਇਹ ਗਿਆਨ ਗੁਰੂ ਦਾ, ਤਾਂ ਸਾਡੇ ਦੁੱਖਾਂ ਨੂੰ ਦਹਿਤ ਖਤਮ ਕਰਨ ਦੇ ਯੋਗ ਹੈ। तब मत सुखता तह पर तरही प्रेम बूंद की लालसा करही। ਜਦੋਂ ਹਿਰਦੇ ਰੂਪੀ ਸਮੁੰਦਰ ਵਿੱਚ ਜਾ ਕੇ ਇਹ ਜੀਵ ਬੈਠੇਗਾ ਉਸ ਗੰਗਾ ਦੀ, ਗਿਆਨ ਦੀ ਗੰਗਾ ਦੇ ਵਿੱਚ, ਤੇ ਬੁੱਧੀ ਰੂਪੀ ਸਿੱਪੀ ਵਿੱਚ ਸਮੁੰਦਰ ਸਾਗਰ ਤੇ ਤਰ ਪਵੇਗੀ ਅਤੇ ਪ੍ਰੇਮ ਦੀ ਬੂੰਦ ਪ੍ਰਾਪਤੀ ਦੀ ਲਾਲਸਾ ਕਰੇਗੀ। ਮਤਲਬ ਸਮੁੰਦਰ ਦੇ ਵਿੱਚ ਇੱਕ ਜਾਨਵਰ ਹੁੰਦਾ ਹੈ ਜਿਹਨੂੰ ਸਿੱਪ ਕਹਿੰਦੇ ਆ। ਜਿੰਨਾ ਚਿਰ ਉਹ ਜਿਉਂਦਾ ਹੁੰਦਾ ਹੈ, ਉਹਦੇ ਦੋ ਖੋਪੜ ਹੁੰਦੇ ਆ, ਦੋਨਾਂ ਖੋਪੜਾਂ ਦੇ ਵਿਚਾਲੇ ਉਹਦਾ ਮੂੰਹ ਹੁੰਦਾ, ਔਰ ਉੱਤੇ ਤੈਰਦਾ ਹੋਇਆ ਉਹ ਇੱਦਾਂ ਚੱਲਦਾ ਰਹਿੰਦਾ, ਵਾਰੀ ਵਾਰੀ ਬਸ ਇੱਦਾਂ ਕਰਦਾ ਰਹਿੰਦਾ, ਤੈਰਦਾ ਰਹਿੰਦਾ, ਇੱਦਾਂ ਕਰਦਾ ਰਹਿੰਦਾ। ਉਹ ਕੀ ਚਾਹੁੰਦਾ ਹੈ ਵੀ ਉੱਤੋਂ ਕੋਈ ਬੂੰਦ ਡਿੱਗੇ, ਸਮੁੰਦਰ ਖਾਰੇ ਹੁੰਦੇ ਆ, ਉੱਤੋਂ ਸਵਾਂਤੀ ਬੂੰਦ ਡਿੱਗਦੀ ਹੈ, ਗਿੱਦੜ ਦੇ ਮੂੰਹ 'ਚ ਪੈ ਜੇ ਹੰਕਾਰੀ ਹੋ ਜਾਂਦਾ, ਸੱਪ ਦੇ ਮੂੰਹ ਚਲੀ ਜਾਵੇ ਜ਼ਹਿਰ ਬਣ ਜਾਂਦਾ ਹੈ, ਸਿੱਖ ਦੇ ਮੂੰਹ 'ਚ ਪੈ ਜੇ ਤੇ ਅੰਮ੍ਰਿਤ ਬਣ ਜਾਂਦਾ ਹੈ, ਔਰ ਉਹ ਬੂੰਦ ਕਿਤੇ ਸਿੱਪ ਦੇ ਮੂੰਹ ਵਿੱਚ ਪੈ ਜਾਵੇ, ਕੀ ਹੁੰਦਾ ਪਤਾ? ਪਾਣੀ ਤੇ ਤੈਰਦਾ ਹੋਇਆ ਉਹ ਸਿੱਪ ਜਾਨਵਰ ਇੱਦਾਂ ਚੱਲਦਾ ਰਹਿੰਦਾ ਹੈ। ਜਦੋਂ ਸਵਾਂਤੀ ਬੂੰਦ ਉਹਦੇ ਮੂੰਹ ਵਿੱਚ ਡਿੱਗਦੀ ਹੈ ਤਾਂ ਇੱਕਦਮ ਬੰਦ ਹੋ ਜਾਂਦਾ, ਫਿਰ ਉਹ ਇੱਦਾਂ ਮੂੰਹ ਨਹੀਂ ਖੋਲ੍ਹਦਾ, ਫਿਰ ਉਹ ਬੰਦ ਹੋ ਜਾਂਦਾ ਤੇ ਸਮੁੰਦਰ ਦੇ ਹੇਠਾਂ ਚਲਿਆ ਜਾਂਦਾ। ਕੋ ਸਤਿਨਾਮ। ਇਸਲੇ ਤਲ ਤੇ ਜਾ ਕੇ ਉਹ ਸਿੱਪੀਆਂ ਟਿਕ ਜਾਂਦੀਆਂ, ਫਿਰ ਮੂੰਹ ਨਹੀਂ ਖੋਲ੍ਹਦੀਆਂ, ਉਹ ਬੰਦ ਹੋ ਜਾਂਦੀ ਹੈ ਉਹਦੇ ਵਿੱਚ ਬੂੰਦ, ਤੇ ਲੰਮਾ ਸਮਾਂ ਪਾ ਕੇ ਉਹ ਬੂੰਦ ਉਹਦੇ ਵਿੱਚ ਜਿਵੇਂ ਦਹੀਂ ਜੰਮ ਜਾਂਦੀ ਹੈ ਨਾ, ਐਂ ਚਿੱਟਾ ਮੋਤੀ ਬਣ ਜਾਂਦੀ ਆ। ਕੋ ਸਤਿਨਾਮ। ਫਿਰ ਜਿਹੜੇ ਟੋਭੇ ਹੁੰਦੇ ਆ ਉਹ ਸਮੁੰਦਰਾਂ ਵਿੱਚ ਡੁੱਬਣ ਜਾਣਦੇ ਆ, ਉਹ ਥੱਲਿਓਂ ਸਿੱਪਾਂ ਨੂੰ ਚੁੱਕ ਕੇ ਲਿਆਉਂਦੇ ਆ ਬਾਹਰ, ਤੇ ਕਈ ਵਾਰੀ ਸਮੁੰਦਰ ਵਿੱਚ ਛੱਲ ਆਉਂਦੀ ਆ ਆਪਦੀ ਮਰਜ਼ੀ ਨਾਲ, ਉਹ ਛੱਲ ਵੀ ਥੱਲਿਓਂ ਚੱਕ ਕੇ ਸਮਾਨ ਕਿਨਾਰੇ ਤੇ ਮਾਰਦੀ ਆ, ਤੇ ਉਹ ਜਿਹੜੇ ਜਾਨੂ ਹੈ ਉਹਨਾਂ ਸਿੱਪਾਂ ਨੂੰ ਤੋੜ ਕੇ ਵਿੱਚੋਂ ਮੋਤੀ ਕੱਢਦੇ ਆ। ਕੋ ਸਤਿਨਾਮ। ਉਹ ਸਿੱਪ ਮਰ ਜਾਂਦਾ, ਜਾਨਵਰ ਮਰ ਜਾਂਦਾ, ਉਹ ਬੂੰਦ ਲੈ ਕੇ ਉਹਦੇ 'ਚ ਮੋਤੀ ਬਣਾ ਕੇ ਛੱਡ ਜਾਂਦਾ। ਕੋ ਸਤਿਨਾਮ। ਉਹ ਸਿੱਪੀਆਂ ਜ਼ਿਆਦਾਤਰ ਸੁਨਿਆਰਾਂ ਦੇ ਕੋਲੇ ਵੇਖਣ ਨੂੰ ਮਿਲਦੀਆਂ, ਉਹਦੇ ਵਿੱਚ ਛੋਟੇ ਛੋਟੇ ਚਾਂਦੀ ਟੁਕੜੇ ਪਾ ਕੇ ਰੱਖਦੇ ਆ, ਟੰਕਾ ਆਦਿ, ਉਹ ਇੱਦਾਂ ਦੇ ਖੋਪੜ ਹੁੰਦੇ ਆ। ਖੈਰ ਆਪਾਂ ਅੱਗੇ ਚੱਲੀਏ। ਕਹਿੰਦੇ ਇਹ ਸਵਾਂਤੀ ਬੂੰਦ ਮੰਗਦਾ ਹੈ, ਕਹਿੰਦੇ ਸਾਡਾ ਜੀਵ ਸਿੱਪ ਦੀ ਨਿਆਈ ਹਿਰਦੇ ਵਿੱਚ ਗੁਰੂ ਦੇ ਗਿਆਨ ਦੇ ਸਮੁੰਦਰ ਵਿੱਚ ਟਿਕ ਜਾਵੇ, ਉਹ ਅਮਰ ਦੀ ਬੂੰਦ ਮੰਗੇ ਤੇ ਮਿਲ ਜਾਵੇ, ਤੇ ਫਿਰ ਪਤਾ ਕੀ ਹੋਵੇਗਾ। स्वात बूंद जब प्रेम की परसी तक को आए। ਤੇ ਜਿੱਦੇ ਇਸ ਨੂੰ ਗੁਰੂ ਦਾ ਪ੍ਰੇਮ ਤੇ ਸਵਾਂਤੀ ਬੂੰਦ ਮਿਲ ਗਈ ਤੇ ਇਸ ਨੇ ਪਰਸ ਲਈ ਤੇ ਭਾਵ ਪ੍ਰਾਪਤ ਕਰ ਲਈ, ਤੇ ਫਿਰ ਕੀ ਹੋਵੇਗਾ। ਹੋਏ ਅਡੋਲ ਤਬ ਬੈਸੇ ਨਹਿ ਤੁਤ ਕੋ ਤਾਏ। ਜਿਵੇਂ ਸਿੱਪ ਥੱਲੇ ਜਾ ਕੇ ਬਹਿ ਜਾਂਦਾ, ਫਿਰ ਇਹਦਾ ਵੀ ਭਟਕਣਾ ਬੰਦ ਹੋ ਜਾਂਦਾ ਹੈ, ਆਪਣੇ ਆਪੇ ਨਾਲ ਨਿਜ ਸਰੂਪ ਨਾਲ ਜੁੜ ਜਾਂਦਾ ਹੈ, ਫਿਰ ਨਹੀਂ ਜਾਂਦਾ ਕਿਧਰੇ। ਫਿਰ ਉਹ ਅਵਸਥਾ ਕੁਦਰਤੀ ਮਿਲ ਜਾਂਦੀ ਹੈ ਗੁਰੂ ਕਿਰਪਾ ਸਦਕਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਫਿਰ ਕਿਸੇ ਕੰਮ ਲਈ ਭੱਜ ਦੌੜ ਨਹੀਂ ਕਰਦਾ, ਉਹ ਬਹਿ ਜਾਂਦਾ ਲੈ ਕੇ ਉਸ ਅਮਰ ਦੀ ਬੂੰਦ ਨੂੰ, ਉਸ ਕਣੀ ਨੂੰ, ਸਵਾਂਤੀ ਬੂੰਦ ਨੂੰ। ਫਿਰ ਉਹਦੇ ਕੰਮ ਕਰਨੇ ਪਰਮੇਸ਼ਰ ਨੂੰ ਪੈਂਦੇ ਆ। ਕਹੋ ਸਤਿਨਾਮ। ਫਿਰ ਉਹਦੇ ਕੰਮ ਪਰਮੇਸ਼ਰ ਕਰਦਾ ਹੈ। ਜੇ ਕਿਤੇ ਉਹ ਸਵਾਂਤੀ ਬੂੰਦ ਲੈ ਕੇ ਟਿਕ ਜਾਵੇ ਆਪਣੇ ਹਿਰਦੇ ਵਿੱਚ, ਥਿਰ ਕਰ ਬੈਸੋ ਹਰ ਜਨ ਪਿਆਰੇ,
सतगुर तुमरे काज सवारे, दुष्ट दूत परमेश्वर मारे, जन की पैज रखी करतारे। बादशाह दुनिया नूं काम करना आंदा, जाओ इहदा काम तुसीं करके आओ। बादशाह शाह सब वस कर दीने, अमृत नाम महारस दीने। तो इस तरह गुरु प्यारिओ जदों उस सवांती बूंद सानू मिलनी है, मिलनी जरूर है, पर सिप दी न्याई मंगो तो सही ना। को सतनाम श्री वाहिगुरू। पपीहे दी न्याई मंगो तो सही, जपिया करो वाह गुरु वाह गुरु वाह गुरु वाह गुरु वाह गुरु वाह गुरु वाह वाह गुरु 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 जपो वाह गुरु 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 ऐदा मंगिया करो, जिद्दे डिग पई उदे गल बन जानी आ। फिर इहदे विचों नाम दा मोती प्रगट होना। मेरे प्रीतम जी कहंदे होए अडोलता वैसे ही न त्युत को धाए। चौपाई साकत करने मज्जन करे, विशे टोर दुगंधे फिरे। पर गधे नहीं इत्थे नहाउंदे, इत्थे गुरमुखी नहाउंदे आ। को सतनाम गधा थोड़ा ही नहाउंदा हैगा। गधे नूं पाई कहंदे वधिया हरा चारा पाया जिमीदार ने, वो खाधा नहीं गा, खोर पाती गंद बंद, कहना होर लियाओ, ये स्वाद लगदी आ। भाव गधे मनमुख लोग इस अमर दी बूंद नूं कित्थे चाहुंदे आ। गुर सागर रतनी भरपूरे आ, सागर है रत्ना दा भरिया होया, इधर समुंदर है साडे कोल। गुर सागर रतनी भरपूरे, तुसी बैठे हो संत बन के, अमृत संत चुगा नहीं दूरे। गुर सागर रतनी भरपूरे, अमृत संत चुगा नहीं दूरे। हर रस चोक चुगै प्रभावै, सागर में बूंद। ये फिर गुरसिख प्राप्त करते है। पर जेड़े दूजे हन क्या बग बपड़ा छपड़ी नहाए, कीचड़ डूबे महल ना जाए। खैर आप गल करके फिर अगे चलते हैं। साकत मनमुख लोक खर गधियां वर्गे है, वो इस ज्ञान की गंगा च इशनान नहीं कर सकते। वो तो ठेकियां दे उत्ते पी के डिगे पे होंदे आ, कुछ गलियां च नालियां च खूह हुंदा उन्हां दा। प्रीतम जी कहंदे विषे ठौर दुर्गंध है फिरी, वो तो विषे बकारां दी गंदगी ते जाके मिलदे आ। ज्यों को तै बन जाए संजोगो, होत गुड़ाका तिन तन रोगो। और जे किते उन्हां नूं सत्संग सुनन दा मौका बन जाए भी फलानिਆਂ दे भोग पैना भी चल गया, जो उत्थे कथा कीर्तन भी हुंदा, मर्ग ते जाना पैंदा ना। क्यों जाना तां पैंदा भी अपने रुपया चढ़ा गए सी, आपां भी चढ़ा के आओ भाई, चढ़ाउण जांदा पैंदा रुपया। कहने जे किते कुदरती सत्संग विच बैठण दा मौका बन जे, किसी विआह शादी ते किसी मरग ते, होए गुड़ाका तिन तन रोगू, उन्हां नूं नींद आ जांदी है। उहदी पता लग जांदा अरदास होण लगदी आ। कहो सतनाम श्री। उहदी पता लगदा उठ के ने है भोग पै गया, अरदास भी होण लग पई, यार मैनूं नींद ही आ गई। भाव रब ही उन्हां नूं कहेगा तेरे काम दी चीज़ है ही नहीं है, तैनूं इत्थे नींद ही आउणी है। होए गुड़ाका, गुड़ाका कहंदी आ गूढ़ी नींद नूं। होए गुड़ाका तिन तन रोगो, उन्हां दे हिरदे विच परमेश्वर नूं सुणन दा प्यार नहीं, ते फिर नींद आ जांदी है। सोरठा सरता तट सतसंग पाए, ना शरबन स्नान पा। जिन्हां ने सत्संग दी इस गंगा दी नदी ते आके इशनान नहीं कीता, सुनिया नहीं। गुर जस गोडू रंग रंगियो ना, मन तै दिस फिरियो। उन्हां दे गुरु दा ज्ञान दा रंग नहीं चढ़िया, उन्हां दा मन दसां दिशावां विच भटकदा रहिंदा है। दोहरा बंदो संत संधो पद, जिनते हो तो उधार। आओ मैं उन्हां सारे संतां दे चरनां ते मत्था टेकदा हां, जिन्हां नूं मिलिया उधार हुंदा है। जब तम सम तै तरन से, भ्रम कन बात विचार। और जमा तो बचन लई, अज्ञानता तो बचन लई, संसार समुंदर चों निकलण लई, भरमा तो बचन लई, उन्हां दे विचार साडे वास्ते बदलां दी न्याई है, ਜਿਹੜੇ ਸਾਡੇ ਹਿਰਦੇ ਵਿੱਚੋਂ ਹਨੇਰੀ ਰੂਪੀ ਅਗਿਆਨਤਾ ਨੂੰ ਉਡਾ ਦੇਣਗੇ। ਇੱਥੋਂ ਕਥਾ ਆਰੰਭ ਹੁੰਦੀ ਹੈ। ਭਾਈ ਬਾਲਾ ਜੀ ਦੀ ਗੁਰੂ ਅੰਗਦ ਜੀ ਨਾਲ ਮਿਲਾਪ,
ਗੱਲਾਂ ਬਾਤਾਂ ਚੱਲਦੀਆਂ, ਫਿਰ ਪੱਤਰੀ ਲੈਣ ਜਾਂਦੇ ਆ ਨਨਕਾਣਾ ਸਾਹਿਬ, ਕਿਵੇਂ ਲੱਭ ਕੇ ਲਿਆਉਂਦੇ ਆ, ਫਿਰ ਅੱਗੇ ਕਥਾ ਕਿਵੇਂ ਚੱਲਦੀ ਹੈ, ਇਹ ਵਿਚਾਰਾਂ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्व गुण मैं पंजन गुणतास हे संगी हे निरंकार हे निर्गुण गुण सब सब टेक हे गोविंद हे गुण निधान जाके सदा बबेक हे अपरंपर हर हरे हैप्पी हो बनहार हे संत कै सदा संग दीदार आधार हे ठाकुर हों दासरो मैं निर्गुण गुण नहीं कोई नानक दीजै नाम दान ना कोई परोए आए प्रभ शरणागति कृपा निध दयाल एक अखर हर मन बसत नानक होत निहाल एक अंकारा सतगुरु ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਨ ਹੈ। ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਨ ਹੈ। ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।